मैं ਤੁਹਾਡਾ ਵੀ ਡਾਕਟਰ ਹਰੀਸ਼ ਮਲਹੋਤਰਾ ਅੱਜ ਫਿਰ ਤੁਹਾਡੇ ਲਈ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਆਪਣੀ ਕਿਤਾਬ ਅਸੀਂ ਝੂਠ ਕਿਉਂ ਬੋਲਦੇ ਹਾਂ ਵਿੱਚੋਂ ਇੱਕ ਲੇਖ ਪੜ੍ਹਦਾ ਅਤੇ ਫਿਰ ਉਸ ਲੇਖ ਵਿੱਚ ਜਿਹੜੇ 28 ਨੁਕਤੇ ਹੁੰਦੇ ਹੈ ਜਾਣੀ ਕਿ ਜਾਂ ਕੁਛ ਨੁਕਤੇ ਜਿਹੜੇ ਮੈਂ ਉਸ ਲੇਖ ਵਿੱਚ ਕਵਰ ਨਹੀਂ ਕੀਤੇ ਹੁੰਦੇ ਉਹਨਾਂ ਬਾਰੇ ਤੁਹਾਡੇ ਟੈਲੀਫੋਨ ਦੇ ਰਾਹੀਂ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦਾ ਤਾਂ ਕਿ ਕਿਸੇ ਨਾ ਕਿਸੇ ਨਤੀਜੇ 'ਤੇ ਪਹੁੰਚਿਆ ਜਾ ਸਕੇ ਅਤੇ ਸਾਡੀ ਬਹੁਤ ਸਾਰੀ ਲੁਕਾਈ ਦਾ ਭਲਾ ਹੋ ਸਕੇ। ਮੈਂ ਉਹਨਾਂ ਸਾਰੇ ਆਪਣੇ ਕਾਲਰਸ ਦਾ ਅਤੇ ਜਿਹੜੇ ਮੇਰੇ ਦਰਸ਼ਕ ਹੈਗੇ ਆ ਜਿਹੜੇ ਮੇਰੇ ਸਰੋਤੇ ਹੈਗੇ ਆ ਉਹਨਾਂ ਦਾ ਬਹੁਤ ਜ਼ਿਆਦਾ ਦਿਲੋਂ ਧੰਨਵਾਦੀ ਹਾਂ ਜਿਹੜੇ ਕਿ ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾ ਰਹੇ ਆ ਅਤੇ ਬਣਾਉਂਦੇ ਰਹਿਣਗੇ ਵੀ। ਅਤੇ ਮੇਰਾ ਮਕਸਦ ਸਿਰਫ ਇਹ ਹੈ ਕਿ ਜੇ ਮੇਰੀਆਂ ਲਿਖਤਾਂ ਜੇ ਮੇਰੇ ਸੰਵਾਦ ਲੋਕਾਂ ਦਾ ਕੋਈ ਭਲਾ ਕਰ ਸਕਣ ਲੋਕਾਂ ਨੂੰ ਕੋਈ ਸੇਧ ਦੇ ਸਕਣ ਤਾਂ ਮੈਂ ਉਹਦੇ ਵਿੱਚ ਆਪਣੇ ਨੂੰ ਬਹੁਤ ਵੱਡਾ ਜਿਹੜਾ ਹੈਗਾ ਭਾਗਸ਼ਾਲੀ ਸਮਝਦਾ ਬਹੁਤ ਵੱਡਾ ਯਾਨੀ ਕਿ ਮੈਂ ਸਮਝਦਾ ਵੀ ਮੈਂ ਇੱਕ ਬਹੁਤ ਨੇਕੀ ਦਾ ਕੰਮ ਕਰ ਰਿਹਾ ਹੈਗਾ। ਅਤੇ ਇਹ ਸਾਰਾ ਜਿਹੜਾ ਸੰਵਾਦ ਹੈਗਾ ਤੁਹਾਡੇ ਸਹਿਯੋਗ ਦੇ ਨਾਲ ਹੀ ਜਿਹੜਾ ਹੈਗਾ ਹੋ ਸਕਦਾ। ਅਤੇ ਮੈਂ ਅੱਜ ਜਿਹੜਾ ਲੇਖ ਪੜ੍ਹ ਰਿਹਾ ਹੈਗਾ ਉਹਨੂੰ ਮਸੀਂ 2 ਜਾਂ 3 ਮਿੰਟ ਲੱਗਣਗੇ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਤੁਹਾਡੇ ਨਾਲ ਟੈਲੀਫੋਨ ਦੇ ਰਾਹੀਂ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰੂੰਗਾ। ਅਤੇ ਸਾਡੀਆਂ ਟੈਲੀਫੋਨ ਲਾਈਨਸ ਹੁਣ ਤੋਂ ਹੀ ਖੁੱਲ੍ਹੀਆਂ ਹੈਗੀਆਂ ਅਤੇ ਤੁਸੀਂ ਹੁਣ ਤੋਂ ਹੀ ਜਿਹੜਾ ਹੈਗਾ ਟੈਲੀਫੋਨ ਘੁਮਾ ਕੇ ਟੈਲੀਫੋਨ ਨੂੰ ਹੋਲਡ ਕਰ ਸਕਦੇ ਹਾਂ ਅਤੇ ਉਸ ਤੋਂ ਬਾਅਦ ਜਦੋਂ ਮੈਂ ਲੇਖ ਫਿਨਿਸ਼ ਕਰਦਾ ਅਤੇ ਫਿਰ ਮੈਂ ਤੁਹਾਡੇ ਨਾਲ ਸਿੱਧੀ ਗੱਲਬਾਤ ਕਰਦਾ। ਇਸ ਕਿਤਾਬ ਦੇ ਵਿੱਚ ਅਸੀਂ ਝੂਠ ਕਿਉਂ ਬੋਲਦੇ ਹਾਂ ਵਿੱਚੋਂ ਜਿਹੜਾ ਮੈਂ ਅੱਜ ਲੇਖ ਚੁਣਿਆ ਹੈਗਾ ਉਹਦਾ ਨਾਂ ਜਿਹੜਾ ਹੈਗਾ ਉਹ ਹੈਗਾ ਮਾਨਸਿਕ ਰੋਗ ਨੂੰ ਸਮਝਣਾ। ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਜੋ ਕਰੋਨਾ ਵਾਇਰਸ ਦਾ ਦੌਰ ਚੱਲ ਰਿਹਾ ਹੈ ਅਤੇ ਇਹਦੇ ਵਿੱਚ ਮਾਨਸਿਕ ਰੋਗ ਦੀਆਂ ਬਹੁਤ ਸਾਰੀਆਂ ਅਲਾਮਤਾਂ ਜਿਹੜੀਆਂ ਵੱਧ ਗਈਆਂ ਹੈਗੀਆਂ। ਤੋਂ ਜ਼ਿਆਦਾ ਸਮਾਂ ਮੈਂ ਇੱਧਰਲੇ ਪਾਸੇ ਨਾ ਗੱਲ ਕਰਦਾ ਹੋਇਆ ਅਤੇ ਮੈਂ ਲੇਖ ਨੂੰ ਸ਼ੁਰੂ ਕਰਦਾ ਤਾਂ ਕਿ ਮੈਂ ਤੁਹਾਨੂੰ ਵੱਧ ਤੋਂ ਵੱਧ ਸਮਾਂ ਦੇ ਸਕਾਂ ਅਤੇ ਆਪਾਂ ਵੱਧ ਤੋਂ ਵੱਧ ਕਾਲਸ ਲੈ ਕੇ ਇਸ ਮਸਲੇ ਬਾਰੇ ਸੰਵਾਦ ਰਚਾ ਸਕੀਏ। ਇਸ ਲੇਖ ਦਾ ਜਿਸ ਤਰ੍ਹਾਂ ਮੈਂ ਕਿਹਾ ਲੇਖ ਹੈ ਮਾਨਸਿਕ ਰੋਗ ਨੂੰ ਸਮਝਣਾ। ਜੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਦੇ ਮੈਂਬਰ ਨੂੰ ਜਾਂ ਦੋਸਤ ਨੂੰ ਕੋਈ ਮਾਨਸਿਕ ਰੋਗ ਹੋ ਜਾਵੇ ਤਾਂ ਤੁਸੀਂ ਕਿਵੇਂ ਮਹਿਸੂਸ ਕਰੋਗੇ? ਇਹ ਚੰਗੀ ਗੱਲ ਹੈ ਕਿ ਮਾਨਸਿਕ ਰੋਗਾਂ ਦਾ ਇਲਾਜ ਹੋ ਸਕਦਾ ਹੈ। ਆਓ ਆਪਾਂ ਕੁਝ ਗੱਲਾਂ 'ਤੇ ਗੌਰ ਕਰੀਏ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਅਤੇ ਇਹਨਾਂ ਦੀ ਮਦਦ ਨਾਲ ਤੁਸੀਂ ਮਾਨਸਿਕ ਬਿਮਾਰੀਆਂ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਦੇ ਹੋ। ਮੋਨੀ ਦੱਸਦੀ ਹੈ ਕਿ ਮੈਨੂੰ ਬਾਈਪੋਲਰ ਡਿਸਆਰਡਰ ਅਤੇ ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ ਸੀ ਅਤੇ ਜਦ ਮੈਨੂੰ ਇਸ ਬਿਮਾਰੀ ਬਾਰੇ ਪਤਾ ਲੱਗਾ ਸੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੇਰੇ ਲਈ ਮਾਨਸਿਕ ਰੋਗ ਨਾਲ ਜੁੜੀ ਸ਼ਰਮਿੰਦਗੀ ਸਹਿਣੀ ਬਹੁਤ ਔਖੀ ਸੀ। ਮੋਨੀ ਦਾ ਪਤੀ ਗੁਰਮੇਲ ਕਹਿੰਦਾ ਹੈ ਸਾਨੂੰ ਆਪਣੇ ਹਾਲਾਤਾਂ ਨੂੰ ਸਵੀਕਾਰ ਕਰਨ ਵਿੱਚ ਕਾਫੀ ਲੰਬਾ ਸਮਾਂ ਲੱਗਾ ਪਰ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੀ ਪਤਨੀ ਨੂੰ ਸਹਾਰਾ ਦੇਣ ਦੀ ਲੋੜ ਸੀ। ਇਹੋ ਜਿਹੀਆਂ ਹੋਰ ਵੀ ਕਈ ਮਿਸਾਲਾਂ ਹਨ ਪਰ ਮਾਨਸਿਕ ਰੋਗਾਂ ਬਾਰੇ ਖਾਸ ਗੱਲਾਂ ਜੋ ਸਮਝਣ ਵਾਲੀਆਂ ਇਹ ਹਨ ਕਿ ਇਹ ਇੱਕ ਐਸਾ ਰੋਗ ਹੈ ਜਿਹਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਦੁਨੀਆ ਵਿੱਚ ਤਕਰੀਬਨ 25% ਲੋਕ ਆਪਣੀ ਜ਼ਿੰਦਗੀ ਵਿੱਚ ਇਹਨਾਂ ਰੋਗਾਂ ਤੋਂ ਪੀੜਤ ਹੁੰਦੇ ਹਨ। ਇਹਨਾਂ ਕਰੋੜਾਂ ਲੋਕਾਂ ਦੇ ਮਾਨਸਿਕ ਰੋਗਾਂ ਦਾ ਉਹਨਾਂ ਦੇ ਪਰਿਵਾਰਾਂ 'ਤੇ ਵੀ ਅਸਰ ਪੈਂਦਾ ਹੈ। ਡਿਪਰੈਸ਼ਨ ਜਾਂ ਉਦਾਸੀ ਰੋਗ ਦੀ ਮਾਰ ਸਹਿਣ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਸਾਈਕੋਫਰੀਨੀਆ ਯਾਨੀ ਆਵਾਜ਼ਾਂ ਸੁਣਾਈ ਦੇਣੀਆਂ ਅਤੇ ਬਾਈਪੋਲਰ ਡਿਸਆਰਡਰ ਸਭ ਤੋਂ ਗੰਭੀਰ ਮਾਨਸਿਕ ਰੋਗ ਹਨ ਜਿਨ੍ਹਾਂ ਦਾ ਰੋਗੀ ਦੀ ਜ਼ਿੰਦਗੀ ਅਤੇ ਕੰਮਾਂ 'ਤੇ ਮਾੜਾ ਅਸਰ ਪੈਂਦਾ ਹੈ। ਭਾਰਤੀ ਸਮਾਜ ਵਿੱਚ ਤਾਂ ਮਾਨਸਿਕ ਰੋਗੀਆਂ ਨੂੰ ਸਿਰਫ ਇੱਕ ਹੀ ਨਾਮ ਪਾਗਲ ਦਾ ਦੇ ਦਿੱਤਾ ਜਾਂਦਾ ਹੈ। ਭਾਵੇਂ ਕਿ ਇਹਨਾਂ ਰੋਗੀਆਂ ਦੇ ਰੋਗ ਦੀਆਂ ਕਈ ਕਿਸਮਾਂ ਹਨ। ਇਹ ਵੀ ਸੱਚਾਈ ਹੈ ਕਿ ਦੁਨੀਆ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮਾਨਸਿਕ ਰੋਗ ਹਨ ਪਰ ਬਹੁਤ ਸਾਰੇ ਰੋਗੀ ਜਾਂ ਉਹਨਾਂ ਦੇ ਪਰਿਵਾਰ ਇਹ ਗੱਲ ਲੁਕਾਉਂਦੇ ਹਨ ਕਿਉਂਕਿ ਇਸ ਰੋਗੀ ਨੂੰ ਬੁਰਾ ਗਿਣਿਆ ਜਾਂਦਾ ਹੈ। ਇਹ ਵੀ ਸਮਝਿਆ ਜਾਂਦਾ ਹੈ ਕਿ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੂੰ ਸਹਿਣ ਕਰਨ ਤੋਂ ਇਹ ਅਸਮਰੱਥ ਹੈ ਅਤੇ ਇਸ ਰੋਗੀ ਅਤੇ ਪਰਿਵਾਰ 'ਤੇ ਲੇਬਲ ਲਾ ਦਿੱਤਾ ਜਾਂਦਾ ਹੈ। ਤਾਣੇ ਮਿਹਣੇ ਵੀ ਦਿੱਤੇ ਜਾਂਦੇ ਹਨ। ਰਿਸ਼ਤੇ ਨਾਤੇ ਜਿਉਣ ਤੋਂ ਵੀ ਗੁਰੇਜ਼ ਕੀਤਾ ਜਾਂਦਾ ਹੈ। ਬਹੁਤ ਸਾਰੇ ਰੋਗੀਆਂ ਦਾ ਇਲਾਜ ਵੀ ਨਹੀਂ ਕਰਵਾਇਆ ਜਾਂਦਾ ਮਤੇ ਗੱਲ ਬਾਹਰ ਉੱਭਰ ਕੇ ਬਾਹਰ ਆ ਜਾਵੇ ਜਾਂ ਫਿਰ ਅਜਿਹੇ ਰੋਗੀਆਂ ਨਾਲ ਭੇਦਭਾਵ ਕੀਤਾ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਬਹੁਤ ਸਾਰੇ ਰੋਗੀ ਸ਼ਰਮਿੰਦਗੀ ਕਰਕੇ ਆਪਣਾ ਇਲਾਜ ਵੀ ਨਹੀਂ ਕਰਾਉਂਦੇ ਜਦੋਂ ਕਿ ਸੱਚਾਈ ਇਹ ਹੈ ਕਿ ਜ਼ਿਆਦਾਤਰ ਮਾਨਸਿਕ ਰੋਗਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਇਹ ਗੱਲ ਸਿਰਫ ਪੂਰਬੀ ਮੁਲਕਾਂ 'ਤੇ ਹੀ ਨਹੀਂ ਢੁਕਦੀ ਸਗੋਂ ਪੱਛਮੀ ਅਤੇ ਵਿਕਸਿਤ ਮੁਲਕਾਂ 'ਤੇ ਵੀ ਲਾਗੂ ਹੁੰਦੀ ਹੈ। ਨੈਸ਼ਨਲ ਅਲਾਇੰਸ ਔਨ ਮੈਂਟਲ ਹੈਲਥ ਮੁਤਾਬਕ ਸਾਲ 2013 ਵਿੱਚ ਲਗਭਗ 60% ਬਾਲਗਾਂ ਅਤੇ 8 ਤੋਂ 15 ਸਾਲ ਦੇ ਉਮਰ ਦੇ ਤਕਰੀਬਨ 50% ਬੱਚਿਆਂ ਦਾ ਇਲਾਜ ਨਹੀਂ ਹੋਇਆ। ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਮਾਨਸਿਕ ਰੋਗ ਕੀ ਹੁੰਦਾ ਹੈ। ਮਾਹਰਾਂ ਅਨੁਸਾਰ ਰੋਗ ਦੇ ਸ਼ਿਕਾਰ ਵਿਅਕਤੀ ਦਾ ਆਪਣੀ ਸੋਚ
ਭਾਵਨਾਵਾਂ ਅਤੇ ਰਵੱਈਏ ਉੱਤੇ ਬਹੁਤ ਘੱਟ ਕਾਬੂ ਹੁੰਦਾ ਹੈ। ਰੋਗੀ ਲਈ ਦੂਸਰਿਆਂ ਨਾਲ ਮਿਲਣਾ ਗਿਲਣਾ ਅਤੇ ਰੋਜ਼ਮਰਾ ਦੇ ਕੰਮ ਕਰਨੇ ਔਖੇ ਹੋ ਜਾਂਦੇ ਹਨ। ਕਈ ਮਰੀਜ਼ਾਂ ਵਿੱਚ ਬਿਮਾਰੀ ਦੇ ਲੱਛਣ ਛੇਤੀ ਨਜ਼ਰ ਆਉਣ ਲੱਗਦੇ ਹਨ ਅਤੇ ਕਈਆਂ ਵਿੱਚ ਲੰਬੇ ਸਮੇਂ ਬਾਅਦ। ਕਈਆਂ ਦੀਆਂ ਬਿਮਾਰੀਆਂ ਜ਼ਿਆਦਾ ਗੰਭੀਰ ਅਤੇ ਕਈਆਂ ਦੀਆਂ ਘੱਟ ਗੰਭੀਰ ਹੁੰਦੀਆਂ ਹਨ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਮਰੀਜ਼ ਨੂੰ ਕਿਹੜਾ ਮਾਨਸਿਕ ਰੋਗ ਹੈ ਅਤੇ ਉਸ ਦੇ ਹਾਲਾਤ ਕਿਹੋ ਜਿਹੇ ਹਨ। ਇਹ ਰੋਗ ਕਿਸੇ ਵੀ ਲਿੰਗ, ਉਮਰ, ਸੱਭਿਆਚਾਰ, ਨਸਲ ਜਾਂ ਧਰਮ, ਪੜ੍ਹੇ ਲਿਖੇ, ਅਨਪੜ੍ਹ ਅਤੇ ਗਰੀਬ, ਅਮੀਰ ਲੋਕਾਂ ਨੂੰ ਕਿਸੇ ਵੀ ਮੁਲਕ ਵਿੱਚ ਹੋ ਸਕਦਾ ਹੈ। ਇਹ ਰੋਗ ਮਰੀਜ਼ ਦੀ ਆਪਣੀ ਕਿਸੇ ਕਮਜ਼ੋਰੀ ਜਾਂ ਸੁਭਾਅ ਕਰਕੇ ਨਹੀਂ ਹੁੰਦਾ। ਕੋਈ ਕਿਸੇ ਵੀ ਸਦਮੇ ਜਾਂ ਸੱਟ ਨੂੰ ਕਿਵੇਂ ਬਰਦਾਸ਼ਤ ਕਰਦਾ ਹੈ, ਉਹਦਾ ਸਾਡੇ 'ਤੇ ਵੱਖਰਾ ਵੱਖਰਾ ਪ੍ਰਭਾਵ ਪੈਂਦਾ ਹੈ। ਕਈ ਲੋਕ ਛੋਟੀ ਜਿਹੀ ਗੱਲ ਨੂੰ ਦਿਲ ਨੂੰ ਲਾ ਕੇ ਬੈਠ ਜਾਂਦੇ ਹਨ। ਕੰਮਾਂ ਕਾਰਾਂ, ਬੱਚਿਆਂ ਅਤੇ ਆਦਮੀ ਤੀਵੀਂ ਦੇ ਰਿਸ਼ਤੇ ਕਾਰਨ ਵੀ ਹੋ ਸਕਦੇ ਹਨ। ਅਚਾਨਕ ਆਪ ਹੀ ਬਿਪਤਾ, ਕਰਜ਼ਾ ਜਾਂ ਅਣਹੋਣੀ ਘਟਨਾ ਵੀ ਇਸ ਦਾ ਕਾਰਨ ਬਣ ਸਕਦੀ ਹੈ। ਸਾਡੇ ਸਰੀਰ ਦੇ ਤੱਤਾਂ ਦਾ ਹੇਰ-ਫੇਰ ਵੀ ਇਹਦਾ ਕਾਰਨ ਹੋ ਸਕਦਾ ਹੈ। ਪਰ ਸਹੀ ਇਲਾਜ ਕਰਾਉਣ ਨਾਲ ਮਾਨਸਿਕ, ਆਰਥਿਕ, ਸਮਾਜਿਕ ਅਤੇ ਸਰੀਰਕ ਸ਼ੋਸ਼ਣ ਰੋਕਿਆ ਜਾ ਸਕਦਾ ਹੈ। ਠੀਕ ਢੰਗ ਨਾਲ ਇਲਾਜ ਕਰਾਉਣ ਨਾਲ ਮਰੀਜ਼ ਆਪਣੀ ਜ਼ਿੰਦਗੀ ਵਧੀਆ ਢੰਗ ਨਾਲ ਜੀ ਸਕਦਾ ਹੈ ਅਤੇ ਆਪਣੇ ਕੰਮਕਾਰ ਕਰ ਸਕਦਾ ਹੈ। ਮਾਨਸਿਕ ਰੋਗੀਆਂ ਦਾ ਇਲਾਜ ਸਿਰਫ ਤੇ ਸਿਰਫ ਮਾਨਸਿਕ ਰੋਗਾਂ ਦੇ ਡਾਕਟਰ ਹੀ ਕਰ ਸਕਦੇ ਹਨ, ਜਿਨ੍ਹਾਂ ਦੇ ਜ਼ਿੰਦਗੀ ਦੇ ਤਜਰਬੇ ਤੇ ਕਈਆਂ ਸਾਲਾਂ ਦੀ ਪੜ੍ਹਾਈ ਇਸ ਕੰਮ ਵਿੱਚ ਕਾਰਗਰ ਸਾਬਤ ਹੁੰਦੀ ਹੈ। ਥੋਥੇ ਅਨਪੜ੍ਹ ਤਾਂਤਰਿਕਾਂ, ਬਾਬਿਆਂ, ਸਾਧਾਂ ਕੋਲ ਰੋਗੀਆਂ ਨੂੰ ਲਿਜਾਣਾ ਕਸਾਈਆਂ ਕੋਲ ਬੱਕਰੇ ਨੂੰ ਲਿਜਾਣ ਵਾਲੀ ਗੱਲ ਹੁੰਦੀ ਹੈ। ਮਾਨਸਿਕ ਰੋਗ ਦਾ ਅਗਲੇ ਪਿਛਲੇ ਜਨਮਾਂ ਦੇ ਗਧੀ ਗੇੜ ਨਾਲ ਵੀ ਨੇੜੇ ਦਾ ਵਾਸਤਾ ਨਹੀਂ ਹੁੰਦਾ। ਕਿਸੇ ਜੋਤਸ਼ੀ, ਬਾਬੇ, ਸਾਧ ਦੇ ਟੂਣੇ ਟਾਮਣੇ, ਪੂਜਾ ਪਾਠ ਵੀ ਇਸ ਰੋਗ ਦਾ ਇਲਾਜ ਨਹੀਂ ਕਰ ਸਕਦਾ। ਸਿਰਫ ਉਜੜ ਬਿਰਤੀ ਵਾਲੇ ਲੋਕ ਹੀ ਇਹਨਾਂ ਦੇ ਚੁੰਗਲ ਵਿੱਚ ਫਸ ਕੇ ਘਰਾਂ ਦੀਆਂ ਬਰਬਾਦੀਆਂ ਕਰਾਉਂਦੇ ਹਨ। ਇਹੋ ਜਿਹਾ ਸ਼ੋਸ਼ਣ ਪੱਛਮੀ ਮੁਲਕਾਂ ਵਿੱਚ ਗੈਰ ਕਾਨੂੰਨੀ ਹੈ ਅਤੇ ਇਹਨਾਂ ਝੋਲਾ ਛਾਪ ਸਿਆਣਿਆਂ ਬਾਬਿਆਂ ਨੂੰ ਸਿੱਖਾਂ ਪਿੱਛੇ ਬੰਦ ਵੀ ਕੀਤਾ ਜਾਂਦਾ ਹੈ। ਭਾਰਤੀ ਸਮਾਜ ਵਿਚਲੇ ਊਚ ਨੀਚ, ਲਿੰਗ ਭੇਦਭਾਵ, ਤਾਨਾਸ਼ਾਹੀ ਰਵੱਈਆ, ਨਾ ਬਰਾਬਰਤਾ, ਜਾਤੀ ਆਜ਼ਾਦੀ ਦੀਆਂ ਰੋਕਾਂ ਅਤੇ ਧਾਰਮਿਕ ਕੱਟੜਤਾ ਮਾਨਸਿਕ ਰੋਗੀਆਂ ਦੇ ਵਾਧੇ ਵਿੱਚ ਸਹਾਈ ਹੁੰਦੀਆਂ ਹਨ। ਅਤੇ ਸਭ ਤੋਂ ਵੱਡਾ ਜੁਰਮ ਇਹ ਹੈ ਕਿ ਮਾਨਸਿਕ ਰੋਗੀਆਂ ਦੇ ਮਾਹਰ ਡਾਕਟਰ ਕੋਲ ਲਿਜਾਣ ਦੀ ਬਜਾਏ ਉਜੜ ਅਤੇ ਜਾਹਲ ਕਿਸਮ ਦੇ ਢੰਗ ਤਰੀਕੇ ਬਣਾ ਕੇ ਮਰੀਜ਼ ਦੀ ਹਾਲਤ ਬਦ ਤੋਂ ਬਦਤਰ ਬਣਾਤੀ ਜਾਂਦੀ ਹੈ। ਇਸ ਤੋਂ ਵੱਡਾ ਜੁਰਮ ਹੋਰ ਕੀ ਹੋ ਸਕਦਾ ਹੈ ਕਿ ਮਰੀਜ਼ ਨੂੰ ਸਹੀ ਇਲਾਜ ਦੇਣ ਦੀ ਬਜਾਏ ਉਹਦੀ ਕੁੱਟਮਾਰ ਕੀਤੀ ਜਾਵੇ। ਮਰੀਜ਼ ਤਾਂ ਪਹਿਲਾਂ ਹੀ ਅੱਧਮੋਇਆ ਹੁੰਦਾ ਹੈ ਅਤੇ ਉਹਦੇ ਵਿੱਚੋਂ ਅਖੌਤੀ ਭੂਤ ਪ੍ਰੇਤ ਚੁੜੇਲ ਕੱਢਣੀ 21ਵੀਂ ਸਦੀ ਦੇ ਗਿਆਨ ਦੀ ਬੇਇੱਜ਼ਤੀ ਵਾਲੀ ਗੱਲ ਹੈ। ਮਾਨਸਿਕ ਰੋਗਾਂ ਦੇ ਡਾਕਟਰ ਬਹੁਤ ਸਾਰੇ ਰੋਗਾਂ ਦਾ ਚੰਗੀ ਤਰ੍ਹਾਂ ਇਲਾਜ ਕਰ ਸਕਦੇ ਹਨ, ਪਰ ਪਹਿਲਾਂ ਜ਼ਰੂਰੀ ਹੈ ਕਿ ਮਾਨਸਿਕ ਰੋਗਾਂ ਨੂੰ ਕਿਸੇ ਮਾਹਰ ਡਾਕਟਰ ਕੋਲ ਜਾ ਕੇ ਪੂਰੀ ਤਰ੍ਹਾਂ ਜਾਂਚ ਕਰਾਈ ਜਾਵੇ। ਰੋਗੀ ਨੂੰ ਤਾਂ ਹੀ ਫਾਇਦਾ ਹੋ ਸਕਦਾ ਹੈ ਜੇ ਉਹ ਡਾਕਟਰ ਕੋਲੋਂ ਇਲਾਜ ਕਰਵਾਉਣ ਲਈ ਰਾਜੀ ਹੋ ਜਾਂਦਾ ਹੈ। ਧਾਰਮਿਕ ਅਕੀਦੇ ਅਤੇ ਧਾਰਮਿਕ ਅਸਥਾਨ ਤੁਹਾਨੂੰ ਧਰਵਾਸਾ ਦੇ ਭਾਣਾ ਮੰਨਣ ਦਾ ਬਲ ਤਾਂ ਭਾਵੇਂ ਦੇ ਦੇਣ, ਪਰ ਕਿਸੇ ਵੀ ਸਰੀਰਕ ਅਤੇ ਮਾਨਸਿਕ ਬਿਮਾਰੀ ਦਾ ਇਲਾਜ ਕਰਨ ਤੋਂ ਉਹ ਅਸਮਰੱਥ ਹੋਵੇਗਾ। ਮਾਨਸਿਕ ਰੋਗੀਆਂ ਦੇ ਮਾਹਰ ਡਾਕਟਰ ਕੋਲ ਮਰੀਜ਼ ਨੂੰ ਲਿਜਾਣਾ ਇਸ ਕਰਕੇ ਵੀ ਜ਼ਰੂਰੀ ਹੈ ਕਿ ਮਰੀਜ਼ ਸ਼ਾਇਦ ਆਪਣੇ ਰੋਗ ਬਾਰੇ ਹੋਰ ਕਿਸੇ ਨਾਲ ਬੇਝਿਜਕ ਗੱਲ ਵੀ ਨਾ ਕਰੇ। ਮਾਹਰ ਡਾਕਟਰ ਰੋਗੀ ਨੂੰ ਉਸ ਦੇ ਰੋਗ ਬਾਰੇ ਸਮਝਾ ਸਕਦਾ ਹੈ ਅਤੇ ਉਸ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਵਿੱਚ ਮਦਦ ਦੇ ਸਕਦਾ ਹੈ। ਨਾਲੇ ਉਹ ਰੋਗੀ ਨੂੰ ਅੱਧ ਵਿਚਾਲੇ ਇਲਾਜ ਨਾ ਛੱਡਣ ਦੀ ਅਹਿਮੀਅਤ ਬਾਰੇ ਵੀ ਸਮਝਾ ਸਕਦਾ ਹੈ। ਡਾਕਟਰ ਨਾਲ ਗੱਲਬਾਤ ਕਰਨ ਵੇਲੇ ਪਰਿਵਾਰ ਦਾ ਕੋਈ ਮੈਂਬਰ ਜਾਂ ਦੋਸਤ ਰੋਗੀ ਨੂੰ ਠੀਕ ਹੋ ਜਾਣ ਦਾ ਭਰੋਸਾ ਦਵਾ ਸਕਦਾ ਹੈ ਅਤੇ ਉਸ ਦੀ ਮਦਦ ਹੌਸਲਾ ਦੇ ਕੇ ਕਰ ਸਕਦਾ ਹੈ। ਬਹੁਤ ਸਾਰੇ ਲੋਕਾਂ ਨੇ ਆਪਣੇ ਰੋਗਾਂ ਬਾਰੇ ਜਾਣਕਾਰੀ ਲੈ ਕੇ ਡਾਕਟਰਾਂ ਤੋਂ ਇਲਾਜ ਕਰਵਾਇਆ, ਜਿਸ ਕਾਰਨ ਉਹ ਆਪਣੀ ਬਿਮਾਰੀ ਨੂੰ ਹੋਰ ਚੰਗੀ ਤਰ੍ਹਾਂ ਸਮਝ ਕੇ ਉਹਦਾ ਸਾਹਮਣਾ ਕਰ ਸਕੇ। ਗੁਰਮੇਲ, ਜਿਸ ਦਾ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ, ਕਹਿੰਦਾ ਹੈ, ਮੇਰੀ ਪਤਨੀ ਮੋਹਣੀ ਦੀ ਬਿਮਾਰੀ ਦਾ ਪਤਾ ਲੱਗਣ ਤੋਂ ਪਹਿਲਾਂ ਸਾਨੂੰ ਮਾਨਸਿਕ ਰੋਗਾਂ ਬਾਰੇ ਇੰਨਾ ਪਤਾ ਨਹੀਂ ਸੀ, ਪਰ ਹੁਣ ਅਸੀਂ ਉਸ ਦੀ ਹਾਲਤ ਨੂੰ ਧਿਆਨ ਵਿੱਚ ਰੱਖ ਕੇ ਚੱਲਦੇ ਹਾਂ ਅਤੇ ਜ਼ਿਆਦਾ ਫਿਕਰ ਨਹੀਂ ਕਰਦੇ। ਸਮੇਂ ਦੇ ਬੀਤਣ ਨਾਲ ਸਾਨੂੰ ਭਰੋਸੇਮੰਦ ਡਾਕਟਰਾਂ ਦੀ ਮਦਦ ਅਤੇ ਪਰਿਵਾਰ ਦੋਸਤਾਂ ਦੇ ਸਹਾਰੇ ਤੋਂ ਬਹੁਤ ਫਾਇਦਾ ਹੋਇਆ ਹੈ। ਮੋਹਣੀ ਉਸ ਦੀ ਗੱਲ ਨਾਲ ਸਹਿਮਤ ਹੈ। ਉਹ ਮੰਨਦੀ ਹੈ, ਪਹਿਲੀ ਵਾਰ ਆਪਣੀ ਬਿਮਾਰੀ ਬਾਰੇ ਸੁਣ ਕੇ ਮੈਨੂੰ ਇੱਦਾਂ ਲੱਗਾ ਜਿੱਦਾਂ ਮੈਨੂੰ ਕੈਦ ਦੀ ਸਜ਼ਾ ਦਿੱਤੀ ਗਈ ਹੋਵੇ। ਭਾਵੇਂ ਮੇਰੀ ਬਿਮਾਰੀ ਕਰਕੇ ਅਸੀਂ ਦੋਵੇਂ ਜਣੇ ਪਹਿਲਾਂ ਕਮਜ਼ੋਰ ਮਹਿਸੂਸ ਕਰਦੇ ਸੀ, ਪਰ ਮੈਂ ਸਿੱਖਿਆ ਹੈ ਕਿ ਪਹਾੜ ਵਰਗੀਆਂ ਰੁਕਾਵਟਾਂ ਵੀ ਪਾਰ ਕੀਤੀਆਂ ਜਾ ਸਕਦੀਆਂ ਹਨ। ਸੋ ਮੈਂ ਇਲਾਜ ਕਰ ਰਹੀ ਟੀਮ ਨੂੰ ਸਹਿਯੋਗ ਦਿੰਦੀ ਹਾਂ, ਦੂਸਰੇ ਨਾਲ ਰਿਸ਼ਤੇ ਕਾਇਮ ਕਰਦੀ ਹਾਂ। ਇਸ ਤਰ੍ਹਾਂ ਮੈਂ ਆਪਣੀ ਬਿਮਾਰੀ ਨਾਲ ਜਿਉਣਾ ਸਿੱਖਿਆ ਹੈ। ਫਿਰ ਵੀ ਕਈ ਵਾਰ ਮੈਂ ਜ਼ਿੰਦਗੀ ਤੋਂ ਇੰਨੀ ਜ਼ਿਆਦਾ ਘਬਰਾ ਜਾਂਦੀ ਹਾਂ ਕਿ ਕੁਝ ਕੰਮ ਕਰਨੇ ਨਾਮੁਮਕਿਨ ਲੱਗਦੇ ਹਨ। ਕਈ ਦਿਨ ਮੇਰਾ ਪੜ੍ਹਨ ਵਿੱਚ ਧਿਆਨ ਨਹੀਂ ਲੱਗਦਾ। ਜਦੋਂ ਮੈਂ ਉਦਾਸੀ ਦੀ ਚਾਰ ਦੀਵਾਰੀ ਵਿੱਚ ਬੰਦ ਹੋ ਜਾਂਦੀ ਹਾਂ ਤਾਂ ਕਿਸੇ ਨਾਲ ਮਿਲਦੀ ਜੁਲਦੀ ਨਹੀਂ, ਆਪਣੇ ਚੰਗੇ ਦੋਸਤਾਂ ਨੂੰ ਵੀ।
कई ये कह के मैनू दिलासा देने की कोशिश करते हैं कि सब कुछ जल्दी ही ठीक हो जाएगा ਜਾਂ मेरी हालत इन्नी बुरी भी नहीं है। कई कहते हैं कि मैं चंगियां गल्लां ते ध्यान लावां पर मैं 1000 बार इदां करन दी कोशिश की है, भावें वो अपनियां गल्लां नाल मैनू हौसला दिंदे हैं पर इस करके मैं खुद नूं होर भी निकम्मी अते कसूरवार महसूस कर लग पैंदी हाँ। इसे करके जरूरी है कि उन्हां लोकां नाल ही मेल जोल करो जो हाँ पक्की सोच वाले हैं। अगर मानसिक रोग हो जाए तो मानसिक रोगों के माहर डॉक्टर को ही जाया जाए, रोज़ की पक्की रूटीन बना के उस मुताबिक चलिया जाए, लंबे लंबे साह लैके सवेरे सवेरे सैर योगा या कसरत करनी लाहेवंद है। चंगी नींद लैनी बहुत जरूरी है, ये दिमाग और शरीर के बाकी अंगों को भी आराम मिलता है। दिल दी कई बीमारियां हटदियां हैं और शरीर विचों कई तरह के जहर बाहर निकलते हैं। 7 तो 9 घंटे नींद बहुत जरूरी है। डॉक्टर तो यह भी कहते हैं कि घट नींद नाल मानसिक रोग हो सकते हैं और शुगर मोटापा भी। हर रोज़ आराम करना मानसिक और सरीरक सेहत लिए बड़ा जरूरी है। पौष्टिक भोजन खाना जिथे जरूरी है उत्थे शराब की वरतों भी घट करनी चाहिए है। उन्होंने नुस्खियां और दवाइयों तो परहेज किया जाए जो डॉक्टर ने खाने लिए नहीं दित्तियां। दूसरों तो दूर ना रहो, सगों उन्होंने लोगों नाल समा गुजारो जिन्हां ते तुहानूं भरोसा है और जो तुहाडी परवाह करते हैं। ये तो सी जी मेरा ये छोटा जिहा लेख जिहड़ा कि सीगा मानसिक रोग नूं समझना। तो मैं हुण जिहड़ा हैगा तुहाडे टैलीफोन कॉल्स की वेट कर रहा। तो जे तुसीं यूके विचों टैलीफोन कर रहे हो ब्रिटेन। हैलो जी, कौन तो जी, कित्थों बोलदे? वेलकम है जी। हेलो जी, मैं अवतीर चंद चौहान बोलदा बर्मिंघम तो। चौहान साहब की कहना चाहोगे अज के मसले बारे? देखो ये जी आपने मानसिक रोगों की गल की है, हाँ जी, ये बहुत लोग शिकार है, हाँ जी, हाँ जी, क्योंकि ये कारण भी अलग अलग है, हाँ जी, क्योंकि जो अपना भारतीय समाज है वो बारे नहीं आप शरीरक जोड़े हो रहा बे बुखार हो गया होर कोई बीमारी हो गई है वो बारे लोगों को पता, पर जो मानसिक रोगों बारे लोगों को बहुत घट जानकारी है, हाँ जी, हाँ जी। फिर वो देखो भी ये क्योंकि जिस वेले आप जो कुछ मन च हुंदा जब वो मुताबिक नहीं हुंदा तो वो लोग फिर फिक्र करते हैं। बिल्कुल बिल्कुल। जिस तरह पढ़े आ भी जे वो पास नहीं हुंदे, जे कोई घर दे विच बीमार ज्यादा हो जाए मौत हो जाए, पर बड़ी तो गल आ भी जिस बंदे दे विच स्वै विश्वास है वो बचदा इस तो, हाँ जी, हाँ जी। फिर वो जे उहदे साथी चंगे आ, क्योंकि जे परिवार दे विच पत्नी ठीक है, बच्चे ठीक है और जेडे एल्डर्स आ वो ठीक है, उन्हां दे वो इदां दी समस्या हल कर सकदे। हाँ जी, हाँ जी। क्योंकि मैं बहुत केसां दे विच देखिया भी जेडे लोग इदां मानसिक रोगी होए आ उन्हां नूं जानी घर दे ही कई कर दिंदे आ। बिल्कुल बिल्कुल करदे आ। नहीं वो देखो मैं देखिया भी कई आ भी जे कोई नूंह आई आ हुण वो आई आ इस घर दे विच जे 2 महीने बाद किसी दी मौत हो गई कहना एक लक्षणी है, इदां ही है जी, इदां है कहना भी ये भागा वाली नहीं। फिर वो देखो भी जे कोई सफलता नहीं मिलती ਜਾਂ ਉੱਥੇ ਤਾਂ ਇਦਾਂ ਹੈਗੀ ਆ ਵੀ ਜੇ ਕੋਈ ਪਸ਼ੂ ਵੀ ਮਰ ਜਵੇ ਤਾਂ ਉਹ ਇਦਾਂ ਦੀਆਂ ਗੱਲਾਂ ਲੈ ਲੈਂਦੇ। ਬਿਲਕੁਲ ਬਿਲकुल ਲੈਂਦੇ। ਫਿਰ ਉਹ ਦੇਖੋ ਬੜੀ ਤਾਂ ਗੱਲ ਆ ਵੀ ਜਿਹੜੇ ਉੱਥੇ ਚੇਲੇ ਆ ਸਾਧ ਆ ਉਹਨਾਂ ਕੋਲ ਜਾਂਦੇ ਆ ਜਾਨੀ ਉਹਨਾਂ ਕੋਲ ਜਾਂਦੇ ਔਰ ਲੁੱਟ ਕਰਾਉਂਦੇ ਆ। ਹਾਂਜੀ ਹਾਂਜੀ ਹਾਂਜੀ। ਹੁਣ ਆਮ ਤੁਸੀਂ ਦੇਖੋ ਵੀ ਜਿਹੜੇ ਭਾਰਤ ਦੇ ਵਿੱਚ ਸਾਧਾਂ ਨੂੰ ਕਿ ਜੇਲਾਂ ਹੋਈਆਂ ਉਹ ਮਾਪੇ ਖੁਦ ਮਾਨਸਿਕ ਕੁੜੀਆਂ ਨੂੰ ਉਹ ਸਾਧਾਂ ਕੋਲ ਲੈ ਕੇ ਗਏ। ਬਿਲकुल ਬਿਲकुल। ਜਿਹੜਾ ਆਸਾਰਾਮ ਹੁਣ ਜੇਲ੍ਹ 'ਚ ਬੈਠਾ ਗੁਰਵੀਰ ਰਾਮ ਰਹੀਮ ਹੋਰ ਜਿੰਨੇ ਸਾਲ ਬੈਠੇ ਉਹ ਮਾਪੇ ਲੈ ਕੇ ਗਏ। ਐਬਸੋਲੂਟਲੀ ਐਬਸੋਲੂਟਲੀ। ਉਹ ਹੁਣ ਵੀ ਤੁਸੀਂ ਦੇਖੋ ਵੀ ਆ ਜਿਹੜਾ ਨੂਰਮਹਿਲ ਉਹ ਜਗ੍ਹਾ ਦੇ ਵਿੱਚ ਸਾਧ ਮਰਿਆ ਆ ਆਸ਼ੂਤਾਸ਼, ਉਹ ਤੁਸੀਂ ਦੇਖੋ ਵੀ ਉਹ ਕੁੜੀਆਂ ਇੰਨੀਆਂ ਉੱਥੇ ਜਾਂਦੀਆਂ ਉਹ ਸਾਰੀਆਂ ਮਾਨਸਿਕ ਆ। ਇਦਾਂ ਹੀ ਜੀ, ਇਦਾਂ ਹੀ। ਉਹਨਾਂ ਨੂੰ ਜੇ ਕੋਈ ਤੁਸੀਂ ਗੱਲ ਕਰੋ ਜਾਂ ਕਿੱਦਾਂ ਉਹ ਸੁਣਨ ਨੂੰ ਤਿਆਰ ਨਹੀਂ ਤਿਆਰ ਹੈ। ਯੈਸ ਯੈਸ। ਉਹ ਕਹਿੰਦੇ ਵੀ ਬਿਲਕੁਲ ਜੀ ਇਹ ਤਾਂ ਕਰਾਮਾਤੀ ਤਾਂ ਉੱਠ ਖੜਨਾ। ਇਹ ਸਾਰੀਆਂ ਮਾਨਸਿਕ ਬਿਮਾਰੀਆਂ ਇਹ ਆਪਣੇ ਚੌਹਾਨ ਸਾਹਿਬ ਸੌਰੀ ਤੁਹਾਨੂੰ ਕੱਟ ਕਰ ਰਿਹਾ ਇਹ ਇੱਥੇ ਬ੍ਰਿਟਨ ਦੇ ਵਿੱਚ ਵੀ ਕਿਉਂਕਿ ਅਸੀਂ ਦੇਖੋ ਜਿਹੜੇ ਆਪਾਂ ਉੱਥੋਂ ਇੱਥੇ ਆ ਗਏ ਇੱਥੇ ਲੋਕ ਬਹੁਤ ਪੁੱਛਾਂ ਦਿੰਦੇ ਹੈ ਅਸੀਂ ਕੁਝ ਪੁੱਛਾਂ ਦੇਣ ਵਾਲੇ ਅੰਦਰ ਵੀ ਕਿਰਾਏ ਵੈਸੇ ਉੱਦਾਂ ਨਹੀਂ ਨਹੀਂ ਠੀਕ ਹੈ ਪਰ ਬੜੀ ਗੱਲ ਆ ਵੀ ਉਹਨਾਂ ਨੂੰ ਜੇ ਤੁਸੀਂ गल करते हैं थोड़ा बहुत विरोध होंदा बहुत ज़्यादा विरोध होंदा। यस यस। ते ओहो जानी लोग इत्थे पुछां दिंदे आ और लोकां नूं दसदे आ वे इदां दीयां गल्लां आ सारा वहम पाउंदे आ। हाँ जी हाँ जी। ओ भूतां चड़ेलां दीयां सारियां गल्लां करदे हैगे। इदां ही ते पर ये जिहड़ा मानसिक रोग आ जानी इहदा मतलब जद तक बंदे दे विच
ਸੈਲਫ ਕੌਨਫੀਡੈਂਸ ਮਤਲਬ ਹੋਣਾ ਬਹੁਤ ਜ਼ਰੂਰੀ ਹੈ। ਹਾਂਜੀ ਹਾਂਜੀ। ਫਿਰ ਉਹ ਇੱਦਾਂ ਹੀ ਆ ਵੀ ਜਿਹੜਾ ਆਪਾਂ ਇੱਕ ਤਾਂ ਸਾਹਿਤ ਵੀ ਚੰਗਾ ਨਹੀਂ ਪੜ੍ਹਦੇ, ਇੱਦਾਂ ਹੀ ਇੱਦਾਂ ਹੈ, ਕਿਉਂਕਿ ਜੇ ਉਹ ਸਾਰੂ ਸਾਹਿਤ ਪੜ੍ਹੋ ਫਿਰ ਉਹ ਜੇ ਦੇਖੋ ਜਿੰਨੀ ਦੁਨੀਆ ਨੇ ਇੰਨੇ ਕੰਮ ਕੀਤੇ ਆ, ਵਿਗਿਆਨੀ ਜਿਹੜੇ ਆ, ਹੋਰ ਜਿਹੜੇ ਕ੍ਰਾਂਤੀਕਾਰੀ ਆ, ਜਾਨੀ ਮਤਲਬ ਪਰਿਵਰਤਨ ਲਿਆਂਦੇ ਬੜੇ ਬੜੇ, ਉਹਨਾਂ ਬਾਰੇ ਪੜ੍ਹਨਾ ਚਾਹੀਦਾ। ਪਰ ਨਹੀਂ, ਉੱਦਾਂ ਦਾ ਨਹੀਂ ਪੜ੍ਹਦੇ। ਉਹ ਪੜ੍ਹਦੇ ਵੀ ਉੱਦਾਂ ਦਾ ਹੀ ਹੈਗਾ ਵੀ ਜਾਨੀ ਮਤਲਬ ਉਹ ਫਿਰ ਉਹ ਮਾਨਸਿਕ ਰੋਗ ਲਈ ਉਹ ਆਪੇ ਹੋ ਜਾਂਦੇ ਆ। ਉਹ ਤਾਂ ਫਿਰ ਆਪਣੇ ਚੌਹਾਨ ਸਾਹਿਬ ਇਹ ਵੀ ਕਹਿੰਦੇ ਵੀ ਤੁਸੀਂ ਸਿਰਫ ਅਰਦਾਸ ਕਰਿਆ ਕਰੋ, ਉਹਨਾਂ ਸਭ ਕੁਝ ਠੀਕ ਹੋ ਜਾਣਾ। ਅਤੇ ਫਿਰ ਮੈਂ ਕਹਿੰਦਾ ਵੀ ਜਿਹੜੀਆਂ ਆ ਬਲੱਡ ਪ੍ਰੈਸ਼ਰ ਦੀਆਂ ਮੁੱਠ ਭਰ ਕੇ ਗੋਲੀਆਂ ਖਾਂਦੇ ਆ, ਡਾਇਬਟੀਜ਼ ਦੀਆਂ ਖਾਂਦੇ ਆ, ਕੈਂਸਰ ਦੀਆਂ ਖਾਂਦੇ ਆ, ਇਹ ਫਿਰ ਬੰਦ ਕਰੋ। ਫਿਰ ਇਹ ਨਹੀਂ ਉਹ ਫਿਰ ਇਹੀ ਤਾਂ ਗੱਲ ਹੈ ਵੀ ਹੁਣ ਦੇਖੋ ਵੀ ਜੋ ਬੱਚੇ ਨੂੰ ਬਚਪਨ ਤੋਂ ਇੱਦਾਂ ਸਿਖਾਇਆ ਜਾਂਦਾ। ਉਹ ਡਾਕਟਰ ਜਿਹੜਾ ਅਬਰਾਹਮ ਕਾਬੂਲ ਸੀ, ਜਿਹੜੇ ਰੈਸ਼ਲਸ ਮੂਵਮੈਂਟ ਚਲਾਈ ਭਾਰਤ ਦੇ ਵਿੱਚ, ਬਿਲਕੁਲ ਬਿਲਕੁਲ, ਉਹ ਜਿਸ ਵੇਲੇ ਬਿਮਾਰ ਹੋਇਆ ਜੇ ਉਹ ਥੋੜੀ ਉਮਰ ਦਾ ਹੀ ਸੀ। ਹਾਂਜੀ ਹਾਂਜੀ। ਕਿਉਂਕਿ ਉਹ ਕ੍ਰਿਸਚੀਅਨ ਪਰਿਵਾਰ 'ਚ ਪੈਦਾ ਹੋਇਆ ਸੀ ਤਾਂ ਉਹਦੀ ਵੱਡੀ ਭੈਣ ਦਵਾਈ ਲਿਆਈ ਤਾਂ ਉਹਨੂੰ ਲੱਗੀ ਦੇਣ, ਕਹਿੰਦੀ ਪਹਿਲਾਂ ਜੂਸਸ ਦਾ ਨਾਂ ਲੈ। ਉਹ ਕਹਿੰਦਾ ਭੈਣ ਜੀ ਵੀ ਮੈਨੂੰ ਕਿੱਦਾਂ ਪਤਾ ਲੱਗੂਗਾ ਮੈਂ ਇਸ ਦਵਾਈ ਨਾਲ ਠੀਕ ਹੋਇਆ ਜਾਂ ਜੂਸਸ ਲਾ ਦਿੰਦਾ। ਹਾਂਜੀ ਹਾਂਜੀ ਹਾਂਜੀ। ਉਹਨੂੰ ਕਿਹਾ ਵੀ ਮੈਂ ਨਹੀਂ, ਮੈਂ ਸਿਰਫ ਦਵਾਈ ਖਾਣੀ। ਇਸ ਕਰਕੇ ਜਿਹੜਾ ਮਤਲਬ ਇਹ ਆ ਵੀ ਜੇ ਆਪਾਂ ਇਸ ਚੀਜ਼ ਨੂੰ ਸਮਝੀਏ ਤਾਂ ਇਹ ਮਾਨਸਿਕ ਰੋਗ ਤੋਂ ਬਚਿਆ ਜਾ ਸਕਦਾ। ਬਿਲਕੁਲ ਬਚਿਆ ਜਾ ਸਕਦਾ। ਔਰ ਫਿਰ ਇਹ ਜਾਣਾ ਚਾਹੀਦਾ ਜਿਹੜੇ ਡਾਕਟਰ ਹੈ ਉਹਨਾਂ ਕੋਲ, ਐਬਸੋਲੂਟਲੀ, ਜਿਹੜੇ ਸਲਾਹਕਾਰ ਹੈ, ਜਾਨੀ ਬਿਲਕੁਲ ਬਾਬਿਆਂ ਤੋਂ ਤਾਂ ਜ਼ਰੂਰ ਪਰਹੇਜ਼ ਕਰਨਾ ਚਾਹੀਦਾ। ਇਹਨਾਂ ਬਾਬਿਆਂ ਨੇ ਤਾਂ ਲੋਕਾਂ ਨੂੰ ਮਾਨਸਿਕ ਰੋਗੀ ਬਣਾਇਆ ਹੈ। ਨਹੀਂ ਭਾਰਤ ਵਿੱਚ ਤਾਂ ਇਹੀ ਹੈ ਜਿਹੜੀ ਕ੍ਰਾਂਤੀ ਤਦੇ ਹੀ ਨਹੀਂ ਆ ਰਹੀ, ਇਸੇ ਕਰਕੇ ਹੈ, ਇਸੇ ਕਰਕੇ, ਕਿਉਂਕਿ ਉਹ ਉਨੀ ਜਾਨੀ ਮਤਲਬ ਉਹ ਮਿਲੇ ਹੋਏ ਆ ਸਰਮਾਏਦਾਰਾਂ ਦੇ ਨਾਲ। ਹਾਂਜੀ ਹਾਂਜੀ। ਵੀ ਤੁਸੀਂ ਲੋਕਾਂ ਨੂੰ ਏਦਾਂ ਹੀ ਡੈਡੀਕੇਟ ਪਾਈ ਰੱਖੋ। ਬਿਲਕੁਲ ਬਿਲਕੁਲ ਬਿਲਕੁਲ। ਫਿਰ ਤੁਸੀਂ ਦੇਖੋ ਵੀ ਜਿਹੜੀ ਕੋਈ ਫਿਲਮ ਬਣਦੀ ਚੰਗੀ ਉਹ ਨਹੀਂ ਬਣ ਦਿੰਦੇ। ਇੱਦਾਂ ਹੀ ਇੱਦਾਂ ਹੀ। ਉਹ ਬਾਕੀ ਜਿਹੜੀਆਂ ਵਹਿਮ ਦੀਆਂ ਫਿਲਮਾਂ ਉਹ ਬਣਾਈ ਜਾਂਦੇ ਆ, ਲੋਕ ਸੀਰੀਅਲ ਉੱਦਾਂ ਦੇ ਦੇਖੀ ਜਾਂਦੇ ਆ। ਹਾਂਜੀ ਹਾਂਜੀ। ਕਿਉਂਕਿ ਜਿਹੜਾ ਮਨ ਦੇ ਵਿੱਚ ਜਿਹੜੀ ਅਵੇਕਨਿੰਗ ਆਉਣੀ ਬਹੁਤ ਜ਼ਰੂਰੀ ਹੈ। ਦੇਖੋ ਜੀ ਜਿਹੜਾ ਇਹ ਆਪਣਾ ਮਾਨਸਿਕ ਗੁਲਾਮੀ ਹੈਗੀ ਇੱਦਾਂ ਪੱਕਿਆ ਹੁੰਦੀ ਹੈਗੀ ਆ। ਨਹੀਂ ਨਹੀਂ ਦੇਖੋ ਜਿਹੜੇ ਹੁਣ ਤੁਸੀਂ ਦੇਖੋ ਵੀ ਜਿਹੜਾ ਵੋਲਟੇਰ ਨੇ ਜੋ ਕੁਝ ਕੀਤਾ ਫਰਾਂਸ ਦੇ ਵਿੱਚ, ਬਿਲਕੁਲ ਬਿਲਕੁਲ, ਉਹਨੂੰ ਲੋਕਾਂ ਨੂੰ ਜਗਾ ਦਿੱਤਾ। ਹਾਂਜੀ ਹਾਂਜੀ ਹਾਂਜੀ। ਉਹ ਬਾਕੀ ਜਿਹੜੇ ਉੱਥੇ ਚਰਚਨ ਤਾਂ ਲੋਕ ਮਾਨਸਿਕ ਬਣਾ ਰੋਕੇ ਬਣਾ ਇੱਦਾਂ ਹੀ। ਹਾਂ, ਤੇ ਇਸ ਕਰਕੇ ਬਹੁਤ ਜਿਹੜਾ ਵਿਸ਼ਾ ਆ ਬਹੁਤ ਚੰਗਾ ਆ ਔਰ ਸਮਾਜ ਦਾ ਫਾਇਦਾ ਇਹ 'ਚ ਹੋਣਾ ਵੀ ਮਤਲਬ ਇਹ ਬਿਮਾਰੀ ਨੂੰ ਸਮਝਿਆ ਜਾਵੇ ਔਰ ਫਿਰ ਇਹਦਾ ਇਲਾਜ ਵੀ ਹੋ ਸਕਦਾ। ਠੀਕ ਹੈ ਚੌਹਾਨ ਸਾਹਿਬ, ਬਹੁਤ ਮਿਹਰਬਾਨੀ। ਚੌਹਾਨ ਜੀ ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਫਕੀਰ ਚੰਦ ਚੌਹਾਨ ਹੋਣੀ ਬਰਮਿੰਘਮ ਤੋਂ ਆਪਣੇ ਵਿਚਾਰ ਦਿਖ ਗਏ ਆ। ਜੇ ਤੁਸੀਂ ਵੀ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦੇ, ਜੇ ਤੁਹਾਡੇ ਮਨ ਵਿੱਚ ਵੀ ਕੋਈ ਨੁਕਤਾ ਹੈਗਾ ਜਿਹੜਾ ਕਿ ਮੇਰੇ ਲੇਖ ਵਿੱਚ ਯਾਨੀ ਕਿ ਜਾਂ ਚੌਹਾਨ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਉਹਦੇ ਵਿੱਚ ਅਸੀਂ ਨਹੀਂ ਕਵਰ ਕੀਤਾ, ਅਤੇ ਉਹਦੇ ਨਾਲ ਅਸੀਂ ਬਹੁਤ ਸਾਰੇ ਲੋਕਾਂ ਦਾ ਫਾਇਦਾ ਕਰ ਰਹੇ ਹੈਗੇ ਹਾਂ, ਬਹੁਤ ਸਾਰੇ ਲੋਕਾਂ ਦਾ ਇਹਦੇ ਵਿੱਚ ਭਲਾ ਹੈਗਾ। ਕਿਉਂਕਿ ਮੇਰੇ ਜਿਹੜੇ ਪ੍ਰੋਗਰਾਮ ਹੁੰਦੇ ਹੈਗੇ ਉਹ ਲੋਕਾਂ ਦੀ ਅਵੇਅਰਨੈਸ ਲਈ ਹੁੰਦੇ ਹੈਗੇ, ਲੋਕਾਂ ਨੂੰ ਐਜੂਕੇਸ਼ਨ ਦੇਣ ਦੇ ਲਈ ਹੁੰਦੇ ਹੈ। ਅਤੇ ਐਂਟਰਟੇਨਮੈਂਟ ਤਾਂ ਸਾਨੂੰ ਜਿਹੜੇ ਕਿ ਬਹੁਤ ਸਾਰਾ ਰੇਡੀਓ 'ਤੇ ਵੀ ਅਤੇ ਟੈਲੀਵਿਜ਼ਨ ਦੇ ਹੋਰ ਬਹੁਤ ਸਾਰੇ ਪ੍ਰੋਗਰਾਮ ਹਨ ਜਿੱਥੋਂ ਤੁਹਾਨੂੰ ਮਿਲਦਾ ਰਹਿੰਦਾ। ਪਰ ਇਹ ਮੈਂ ਇੱਕ ਕਿਸਮ ਦਾ ਤਹਈਆ ਕੀਤਾ ਹੈਗਾ ਕਿ ਮੈਂ ਜਿੰਨੇ ਕੁ ਵੀ ਪ੍ਰੋਗਰਾਮ ਕਰੂੰਗਾ ਉਹ ਲੋਕਾਂ ਦੇ ਲਈ ਐਜੂਕੇਸ਼ਨ ਹੋਣਗੇ, ਚਾਹੇ ਉਹ ਰੇਡੀਓ 'ਤੇ ਹੈ, ਚਾਹੇ ਯਾਨੀ ਕਿ ਟੈਲੀਵਿਜ਼ਨ 'ਤੇ ਹੈ, ਚਾਹੇ ਯਾਨੀ ਕਿ ਮੈਂ ਅਖਬਾਰਾਂ ਵਿੱਚ ਲਿਖਦਾ ਅਤੇ ਚਾਹੇ ਮੈਂ ਆਪਣੀਆਂ ਕਿਤਾਬਾਂ ਛਾਪਦਾ। ਅਤੇ ਮੈਨੂੰ ਯਾਨੀ ਕਿ ਤੁਹਾਡੇ ਨਾਲ ਵੀ ਜਿਹੜਾ ਹੈਗਾ ਗੱਲਬਾਤ ਕਰਕੇ ਜਿਹੜਾ ਸੰਵਾਦ ਰਚਾ ਕੇ ਬਹੁਤ ਸਾਰਾ ਕੁਛ ਸਿੱਖਣ ਨੂੰ ਮਿਲਦਾ ਹੈਗਾ। ਅਤੇ ਮੈਂ ਚਾਹੁੰਦਾ ਕਿ ਤੁਸੀਂ ਜੇ ਇੰਗਲੈਂਡ ਤੋਂ ਬਾਹਰੋਂ ਟੈਲੀਫੋਨ ਕਰ ਰਹੇ ਹੈਗੇ ਤਾਂ ਫਿਰ ਤੁਹਾਨੂੰ 0044 ਨੰਬਰ ਲਾਉਣਾ ਪਊਗਾ, ਫਿਰ ਉਸ ਤੋਂ ਬਾਅਦ 121 5024304 ਨੰਬਰ ਘੁਮਾਉਣਾ ਪਊਗਾ। ਅਤੇ ਜੇ ਤੁਸੀਂ ਬਰਤਾਨੀਆ ਤੋਂ ਟੈਲੀਫੋਨ ਕਰ ਰਹੇ ਹੈਗੇ ਆ ਤਾਂ ਫਿਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇੱਥੇ ਦਾ ਨੰਬਰ ਜਿਹੜਾ ਹੈਗਾ 0121 5024304 ਨੰਬਰ ਹੈਗਾ। ਮੈਂ ਤੁਹਾਡਾ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ ਤਾਂ ਕਿ ਆਪਾਂ ਇਸ ਜਿਹੜੇ ਅੱਜ ਮਾਨਸਿਕ ਰੋਗ ਬਾਰੇ ਆਪਾਂ ਗੱਲ ਕਰ ਰਹੇ ਹੈਗੇ ਆ ਉਹਦੇ ਬਾਰੇ ਆਪਾਂ ਹੋਰ ਵੀ ਜਿਹੜਾ ਹੈਗਾ ਖੁੱਲ੍ਹ ਕੇ ਚਰਚਾ ਕਰ ਸਕੀਏ। ਸਾਡੇ ਲੋਕ ਜੀ, ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ ਤੁਹਾਡਾ। ਹੈਲੋ ਡਾਕਟਰ ਸਾਹਿਬ, ਪਹਿਲਾਂ ਤਾਂ ਨਮਸਤੇ। ਹਾਂਜੀ ਨਮਸਤੇ ਜੀ। ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ। ਹਾਂਜੀ ਲੰਡਨ ਤੋਂ ਜੀ। ਹਾਂਜੀ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਜਿਹੜੀ ਇਹ ਨਾ ਮਾਨਸਿਕ ਰੋਗ ਹੈਗਾ ਆ ਨਾ, ਹਾਂਜੀ ਹਾਂਜੀ, ਇਹ ਅਗਰ ਕਿਸੇ ਇਨਸਾਨ ਦਾ ਮਨ ਤੇ ਕੰਟਰੋਲ ਨਾ ਹੋਵੇ ਜਾਂ ਉਹ ਕਿਸੇ ਅੰਧ ਵਿਸ਼ਵਾਸ ਫਸ ਜਾਵੇ, ਹਾਂਜੀ ਹਾਂਜੀ, ਜਾਂ ਫਿਰ ਉਹ ਲੋਕ ਕਹਿੰਦੇ ਆ ਵੀ ਤੁਹਾਡੇ ਤੇ ਕੋਈ ਬਜ਼ੁਰਗ ਤੁਹਾਡੇ ਤੇ ਉਹ ਹਾਵੀ ਹੋਏ ਆ, ਹਾਂਜੀ ਹਾਂਜੀ, ਉਹ ਭਾਰੀ ਪਿਆ ਆ, ਅੱਛਾ ਜੀ, ਉਹਦਾ ਨਾਂ ਦਾ ਕੋਈ ਪਾਠ ਕਰਾਓ, ਕੋਈ ਫਲਾਣਾ ਕਰੋ, ਅੱਛਾ ਜੀ। ਤੇ ਉਹ ਇਹ ਜਿਹੜੀ ਬਿਮਾਰੀ ਹੈ ਨਾ ਜ਼ਿਆਦਾਤਰ ਇਹ 15 ਸਾਲ ਤੋਂ ਲੈ ਕੇ 18-19 ਸਾਲ ਤੱਕ ਲੱਗਦੀ। ਇਹ ਜਿਹੜਾ ਟਾਈਮ ਹੁੰਦਾ ਨਾ ਬੱਚੇ ਦਾ, ਇਹ ਬਹੁਤ ਡੇਂਜਰਸ ਹੁੰਦਾ ਆ, ਕਿਉਂਕਿ ਇਹਦੇ ਵਿੱਚ ਇੱਕ ਤਾਂ ਉਹਦੀ ਜਿਹੜੀ ਸੈਕਸ ਹੁੰਦੀ ਉਹ ਡਿਵੈਲਪ ਹੁੰਦੀ ਆ ਲਾਈਫ, ਤੇ ਉਹ ਕਈ ਵਾਰੀ ਨਾ ਓਵਰਡਿਊਜ਼ ਹੋ
ਕਿ ਉਹ ਬੰਦੇ ਦੇ ਬੱਚੇ ਦੇ ਬ੍ਰੇਨ ਨੂੰ ਚਲੇ ਜਾਂਦੀ ਹੈ, ਕਿਉਂਕਿ ਬਹੁਤ ਬੱਚੇ ਜਿਹੜੇ ਇਸ ਚੀਜ਼ ਨੂੰ ਕੰਟਰੋਲ ਨਹੀਂ ਕਰ ਸਕਦੇ, ਉਹਦੇ ਨਾਲ ਮਾਨਸਿਕਤਾ ਜਿਹੜੀ ਹੈ ਨਾ ਉਹ ਦਿਮਾਗ ਤੇ ਜ਼ਿਆਦਾ ਪੈਂਦੀ ਹੈਗੀ ਆ। ਤੇ ਇਸ ਕਰਕੇ ਜਿਹੜੇ ਅੰਧ ਵਿਸ਼ਵਾਸ ਆ, ਲੋਕੀ ਬਜਾਏ ਡਾਕਟਰ ਦੇ ਲਿਜਾਣ ਦੇ ਉਹ ਕਹਿੰਦੇ ਜੀ ਇਹਦੇ ਤਵੀਤ ਲਵਾਓ, ਇਹਦੇ ਗਲ 'ਚ ਤਵੀਤ ਪਵਾਓ ਤੇ ਇਹਦੇ ਨਜ਼ਰ ਪੱਟੀ ਪਵਾਓ ਤੇ ਸਾਰਾ ਕੁਝ, ਇਹ ਸਾਰਾ ਕੁਝ ਜਿਹੜਾ ਅੰਧ ਵਿਸ਼ਵਾਸ ਆ ਉਹਦੇ ਨਾਲ ਹੀ ਬਿਮਾਰੀਆਂ ਜ਼ਿਆਦਾ ਹੋਰ ਵੀ ਵੱਧ ਜਾਂਦੀਆਂ। ਸਿਰਫ ਇਹਦਾ ਇਲਾਜ ਇੱਕੋ ਹੀ ਹੈ ਕਿ ਤੁਸੀਂ ਜਿਹੜੇ ਇਹਦੇ ਮਾਹਰ ਹੁੰਦੇ ਆ ਨਾ ਮਾਨਸਿਕ ਰੋਗਾਂ ਦੇ ਡਾਕਟਰ, ਉਹਨਾਂ ਦੇ ਕੋਲ ਜਾਣਾ ਚਾਹੀਦਾ ਤਾਂ ਕਿ ਉਹ ਤੁਹਾਨੂੰ ਸਹੀ ਦਵਾਈ ਔਰ ਸਹੀ ਟਾਈਮ ਤੇ ਦਿੱਤੀ ਜਾਵੇ। ਤੇ ਇਹ ਜਿਹੜੀ ਚੀਜ਼ ਹੈ ਨਾ ਇਹਨੂੰ ਆਪ ਵੀ ਮੈਡੀਟੇਸ਼ਨ ਜ਼ਿਆਦਾ ਕਰਨੀ ਚਾਹੀਦੀ ਆ, ਕਿਉਂਕਿ ਮੈਡੀਟੇਸ਼ਨ ਦੇ ਨਾਲ ਵੀ ਇਹ ਜਿਹੜੀ ਮਾਨਸਿਕ ਬਿਮਾਰੀ ਹੈ ਇਹਦੇ ਤੇ ਕੰਟਰੋਲ ਹੁੰਦਾ, ਕਿਉਂਕਿ ਜਦੋਂ ਬੰਦੇ ਦੇ ਮਨ ਤੇ ਕੰਟਰੋਲ ਹੋ ਜਾਵੇ ਤਾਂ ਫਿਰ ਉਹ ਕੀ ਹੈ ਉਹਨੂੰ ਅੱਛੀ ਤੇ ਮਾੜੀ ਚੀਜ਼ ਦਾ ਪਤਾ ਲੱਗ ਜਾਂਦਾ। ਤੇ ਇਸ ਕਰਕੇ ਇਹਦੇ ਜਿਹੜੀ ਖੁਰਾਕ ਹੈ ਨਾ ਜ਼ਿਆਦਾਤਰ ਇਸ ਰੋਗ ਦੇ ਵਿੱਚ ਇਹਨੂੰ ਬਦਾਮ ਤੇ ਮਗਜ਼ ਤੇ ਮਿਸਰੀ ਖਸਖਸ ਇਹਨਾਂ ਦਾ ਜਿਹੜਾ ਹੈ ਨਾ ਇਸਤੇਮਾਲ ਜ਼ਿਆਦਾ ਕਰਨਾ ਚਾਹੀਦਾ ਦੁੱਧ ਦੇ ਵਿੱਚ ਪਾ ਕੇ, ਕਿਉਂਕਿ ਇਹ ਦਿਮਾਗ ਲਈ ਬਹੁਤ ਅੱਛੀ ਚੀਜ਼ ਹੈ। ਵੈਸੇ ਤੁਹਾਡਾ ਜਿਹੜਾ ਮੁੱਦਾ ਬਹੁਤ ਵਧੀਆ ਹੈਗਾ ਆ, ਕਿਉਂਕਿ ਜਿਹੜੇ ਆਉਣ ਵਾਲੇ ਸਾਡੇ ਯੰਗ ਜਨਰੇਸ਼ਨ ਹੈ ਨਾ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਪਹਿਲਾਂ ਮੈਡੀਟੇਸ਼ਨ ਕਰੀਏ, ਅੰਧ ਵਿਸ਼ਵਾਸ 'ਚ ਨਾ ਪਈਏ, ਤੇ ਘਰ ਵਾਲਿਆਂ ਨੂੰ ਵੀ ਚਾਹੀਦਾ ਕਿ ਕਿਸੇ ਦੇ ਕੇਲੇ ਭੂਪਿਆਂ ਦੇ ਮਗਰ ਨਹੀਂ ਜਾਣ ਦੀ ਲੋੜ ਹੈਗੀ। ਹਾਂਜੀ ਕੇਲੇ ਦਾ ਹਾਂ ਥੈਂਕ ਯੂ ਮਾਨ ਸਾਹਿਬ। ਥੈਂਕ ਯੂ ਡਾਕਟਰ ਸਾਹਿਬ। ਮਾਨ ਸਾਹਿਬ ਇਹ ਤੁਸੀਂ ਮਾਨ ਸਾਹਿਬ ਲੰਡਨ ਤੋਂ ਬਹੁਤ ਹੀ ਜਿਹੜੀਆਂ ਵਧੀਆ ਗੱਲਾਂ ਕਰਕੇ ਗਏ ਹੈਗੇ ਆ। ਤੁਸੀਂ ਵੀ ਜਿਹੜਾ ਹੈਗਾ ਆਪਣਾ ਯੋਗਦਾਨ ਪਾ ਸਕਦੇ ਆ ਤਾਂ ਕਿ ਅਸੀਂ ਇਸ ਮਸਲੇ ਨੂੰ ਹੋਰ ਵੀ ਜ਼ਿਆਦਾ ਜਿਹੜਾ ਹੈਗਾ ਰਿੜਕ ਸਕੀਏ, ਇਹਨੂੰ ਹੋਰ ਵੀ ਜਿਹੜਾ ਹੈਗਾ ਚੰਗੀ ਤਰ੍ਹਾਂ ਖੋਲ੍ਹ ਕੇ ਇਹਦੇ ਬਾਰੇ ਵਿਸਥਾਰ ਨਾਲ ਗੱਲ ਕਰ ਸਕੀਏ, ਕਿਉਂਕਿ ਇਹ ਮਸਲਾ ਘਰ ਦਾ ਜਾਣੀ ਕਿ ਮਸਲਾ ਹੈਗਾ। ਸਾਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਹੈਗਾ ਜਿਹੜਾ ਸਾਡਾ ਬੱਚਾ ਹੈਗਾ ਉਹ ਡਿਪਰੈਸ਼ਨ ਵਿੱਚ ਜਾ ਰਿਹਾ ਹੈਗਾ। ਖਾਸ ਕਰਕੇ ਕਰੋਨਾ ਵਾਇਰਸ ਦਾ ਜਦੋਂ ਦਾ ਚੱਕਰ ਚੱਲਿਆ ਹੈਗਾ ਮਾਰਚ ਤੋਂ ਲੈ ਕੇ ਹੁਣ ਤੱਕ ਜਿਹੜੇ ਕੇਸ ਹੈਗੇ ਮਾਨਸਿਕ ਰੋਗ ਦੇ ਉਹ ਡਬਲ ਤੋਂ ਵੀ ਜ਼ਿਆਦਾ ਯਾਨੀ ਕਿ ਹੋ ਗਏ ਹੈਗੇ ਆ। ਸੁਸਾਈਡ ਦੇ ਰੇਟ ਯਾਨੀ ਜਿਹੜਾ ਹੈਗਾ ਉਹ ਵੀ ਡਬਲ ਤੋਂ ਵੀ ਯਾਨੀ ਕਿ ਜ਼ਿਆਦਾ ਹੋ ਗਿਆ ਹੈਗਾ। ਜਿਹੜੇ ਫਿਗਰ ਯਾਨੀ ਕਿ ਦੱਸ ਰਿਹਾ, ਮੈਂ ਬਰਤਾਨੀਆ ਦੀ ਗੱਲ ਕਰ ਰਿਹਾ ਹੈਗਾ, ਅਤੇ ਇੱਥੋਂ ਤੱਕ ਵੀ ਜਿਹੜੇ ਦੁਨੀਆ ਭਰ ਦੇ ਵਿੱਚ ਜਿਹੜਾ ਹੈਗਾ 80 ਲੱਖ ਯਾਨੀ ਜਿਹੜਾ ਯੰਗ ਪਰਸਨ ਹੈਗਾ ਉਹ ਸੁਸਾਈਡ ਕਮਿਟ ਕਰਦਾ ਹੈਗਾ, ਕਿਉਂਕਿ ਉਹ ਮਾਨਸਿਕ ਰੋਗ ਦਾ ਸ਼ਿਕਾਰ ਹੋ ਜਾਂਦੇ ਹੈਗੇ ਆ। ਅਤੇ ਉਹਨਾਂ ਵਿੱਚੋਂ ਜਿਹੜਾ ਹਰ 40 ਸੈਕਿੰਡ ਦੇ ਬਾਅਦ ਇੱਕ ਜਿਹੜਾ ਬੰਦਾ ਹੈਗਾ ਉਹ ਮਾਨਸਿਕ ਰੋਗ ਦਾ ਸ਼ਿਕਾਰ ਹੋ ਕੇ ਸੁਸਾਈਡ ਯਾਨੀ ਕਿ ਕਰ ਰਿਹਾ ਹੈਗਾ। ਸੋ ਮੈਂ ਸਮਝਦਾ ਵੀ ਇਹ ਬਹੁਤ ਵੱਡੀ ਸਮੱਸਿਆ ਹੈ। ਜਿੰਨੀ ਦੇਰ ਅਸੀਂ ਇਹਦੇ ਸਿੰਪਟਮ, ਜਿੰਨੀ ਦੇਰ ਇਹਦੇ ਅਸੀਂ ਲੱਛਣ ਨਹੀਂ ਜਾਣਦੇ ਹੈਗੇ, ਉਨੀ ਦੇਰ ਜਿਹੜਾ ਹੈਗਾ ਅਸੀਂ ਇਹਦੀ ਨਿਸ਼ਾਨਦੇਹੀ ਨਹੀਂ ਕਰ ਸਕਾਂਗੇ। ਅਤੇ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ ਤੁਹਾਡਾ। ਜੀ ਡਾਕਟਰ ਸਾਹਿਬ ਥੈਂਕ ਯੂ ਜੀ। ਹਾਂਜੀ ਬਲਬੀਰ ਸਿੰਘ ਰਾਏ ਬੋਲਦੇ। ਰਾਏ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਬੜਾ ਗੰਭੀਰ ਮਸਲਾ ਅੱਜ ਮੈਂ ਲੈ ਕੇ ਆਂਦਾ। ਹਾਂ ਮੈਂ ਬਹੁਤ ਜ਼ਿਆਦਾ ਤੁਹਾਡੀਆਂ ਪਹਿਲੀਆਂ ਗੱਲਾਂ ਨਹੀਂ ਸੁਣੀਆਂ, ਥੋੜਾ ਲੇਟ ਹੋ ਗਿਆ ਮੈਂ। ਹਾਂਜੀ ਪਰ ਮੈਨੂੰ ਪਤਾ ਲੱਗ ਗਿਆ ਵੀ ਇਹ ਕੁਝ ਮਾਨਸਿਕ ਰੋਗਾਂ ਦੀ ਗੱਲਬਾਤ ਚੱਲਦੀ। ਹਾਂਜੀ ਮਾਨਸਿਕ ਰੋਗਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ ਜੀ ਅੱਜ। ਹਾਂਜੀ ਮੈਂ ਥੋੜੀ ਜਿਹੀ ਗੱਲਬਾਤ ਸੁਣੀ ਆ। ਹਾਂਜੀ ਪਰ ਮੈਂ ਇਹ ਦੱਸਦਾ ਵੀ ਮਾਨਸਿਕ ਰੋਗ ਇਦਾਂ ਤਾਂ ਡਾਕਟਰ ਸਾਹਿਬ ਹੈਗੇ ਆ, ਤੁਸੀਂ ਬਹੁਤ ਵਧੀਆ ਵਿਸ਼ੇ ਲੈ ਕੇ ਆਉਂਦੇ ਆ। ਥੈਂਕ ਯੂ ਪਹਿਲੀ ਗੱਲ ਤਾਂ ਇਹ ਤੁਹਾਡੀ। ਥੈਂਕ ਯੂ ਤੁਹਾਡਾ ਜੀ ਰਾਏ ਸਾਹਿਬ। ਹਾਂਜੀ ਜਿਹੜੇ ਕਿ ਸਾਡੇ ਸਮਾਜ ਦੇ ਵਿੱਚ ਨਾ ਬਹੁਤ ਲੋੜ ਹੈ ਇਹਨਾਂ ਚੀਜ਼ਾਂ ਦੀ, ਜੇ ਇਹਨਾਂ ਜਾਗ ਆਵੇ ਲੋਕਾਂ ਨੂੰ ਤੇ ਉਹ ਕੁਝ ਸਿੱਧੇ ਰਸਤੇ ਪੈਣ। ਬਲਬੀਰ ਜੀ ਮੈਂ ਜਿੰਨੀਆਂ ਵੀ ਕਿਤਾਬਾਂ ਲਿਖੀਆਂ ਹੈਗੀਆਂ ਉਹਨਾਂ ਵਿੱਚ ਇਹੋ ਜਿਹੇ ਸਮਾਜਿਕ ਮਸਲਿਆਂ ਬਾਰੇ ਗੱਲ ਕੀਤੀ ਹੈ। ਹਾਂਜੀ ਬਿਲਕੁਲ, ਬਹੁਤ ਵਧੀਆ ਤੁਹਾਡੀਆਂ ਰਾਈਟਿੰਗ ਹੈਗੀਆਂ ਔਰ ਤੁਸੀਂ ਬੜੇ ਦੁੱਖ ਦੀ ਰਗਾਂ ਦੇ ਉੱਤੇ ਹੱਥ ਰੱਖਦੇ ਆ। ਹਾਂਜੀ ਕਿਉਂਕਿ ਉਹ ਛੇੜਨ ਦੀ ਲੋੜ ਪੈਂਦੀ ਹੈ ਨਸੂਰ ਨੂੰ, ਨਹੀਂ ਤਾਂ ਇਹ ਤਾਂ ਬਣ ਜਾਂਦਾ ਬੜਾ ਫੋੜਾ ਬਣ ਜਾਂਦਾ। ਬਿਲਕੁਲ। ਸੋ ਇਹਨੂੰ ਜੇ ਆਪਾਂ ਛੇੜੀਏ ਤਾਂ ਕਈਆਂ ਨੂੰ ਸੁਰਤ ਆ ਜਾਂਦੀ, ਲੈ ਵੀ ਇਹ ਗੱਲ ਗਲਤ ਆ, ਅਸੀਂ ਗਲਤ ਸੋਚ ਰਹੇ ਹਾਂ, ਅਸੀਂ ਕੁਝ ਇੱਧਰ ਪਾਸੇ ਨੂੰ ਸੋਚੀਏ ਤੇ ਕੁਛ ਇਹਦਾ ਚੰਗਾ ਰਿਜ਼ਲਟ ਨਿਕਲੂਗਾ। ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਗੱਲਬਾਤ ਚੱਲਦੀ ਆ ਤਾਂ ਇਹਦੇ ਵਿੱਚ ਨਾ ਜਿਹੜਾ ਮਾਨਸਿਕ ਰੋਗਾਂ ਦੇ ਜਿਹੜੇ ਰੋਗੀ ਜਿਹੜੇ ਹੈਗੇ ਆ, ਹਾਂਜੀ ਇਹ ਨਾ ਬਹੁਤ ਸਾਰੇ ਬਣਾ ਵੀ ਦਿੱਤੇ ਜਾਂਦੇ ਆ। ਬਿਲਕੁਲ ਬਣਾਤੇ ਜਾਂਦੇ ਹੈਗੇ ਆ। ਮੈਂ ਕਈ ਸਾਰੀਆਂ ਵੀਡੀਓ ਦੇਖੀਆਂ ਕਰਕੇ ਉਹਨਾਂ ਦੇ ਪ੍ਰੂਫ ਹੈਗੇ ਆ ਤੇ ਉਹ ਦੇਖੀਆਂ ਵੀ ਉਹਨਾਂ ਨੂੰ ਜ਼ਮੀਨ ਜਾਇਦਾਦ ਦੀ ਖਾਤਰ ਵੀ ਮਾਨਸਿਕ ਰੋਗੀ ਬਣਾ ਕੇ ਜਿੰਦੇ ਲਾਉਂਦੇ ਆ। ਬਿਲਕੁਲ ਕਿਉਂਕਿ ਉਹ ਹਿੱਸਾ ਜਾਣਾ ਹੁੰਦਾ ਉਹਨਾਂ ਨੂੰ, ਤਾਂ ਉਹ 10 15 ਸਾਲ ਹੁੰਦੇ ਹੀ ਜਵਾਨੀ ਗਾਲ ਦਿੱਤੀ ਉੱਥੇ। ਹਾਂਜੀ ਅੰਦਰੇ ਜਿੰਦੇ ਲਾ ਦਿੱਤੇ ਉਹਨਾਂ ਨੂੰ, ਭਾਵੇਂ ਉਹਨਾਂ ਦੀ ਅਕਲ ਸੀਗੀ ਸਾਰੀ ਖਰਾਬ ਹੋ ਗਈ ਹੈ। ਬਿਲਕੁਲ ਤੇ ਉਹ ਡਾਕਟਰ ਦੇ ਕੋਲ ਤਾਂ ਤਦੇ ਜਾਊਗੇ ਜੇ ਉਹਨੂੰ ਲਿਜਾਣਾ ਹੋਵੇ। ਹਾਂਜੀ
ਉਹਨੇ ਲਿਜਾਣਾ ਨਹੀਂ ਹੁੰਦਾ, 10-15 ਸਾਲ ਅੰਦਰੇ ਉੱਥੇ ਰੋਟੀ ਪਾਣੀ ਦੇਈ ਜਾਂਦੇ ਇੱਕੋ ਰੂਮ ਦੇ ਵਿੱਚ ਉਹਨਾਂ ਨੂੰ। ਸੋ ਇਸ ਕਰਕੇ ਵੀ ਜਿਹੜੇ ਮਾਨਸਿਕ ਰੋਗੀ ਹੈ ਨਾ ਬਣਾ ਦਿੱਤੇ ਜਾਂਦੇ, ਬਹੁਤ ਸਾਰੇ ਲੋਕਾਂ ਨੂੰ ਬੁਲੀ ਕਰਕੇ ਮਾਨਸਿਕ ਰੋਗੀ ਬਣਾਇਆ ਜਾਂਦਾ, ਉਹ ਵਿਚਾਰੇ ਆਪੇ ਹੋ ਜਾਂਦੇ ਮਾਨਸਿਕ ਰੋਗੀ ਕਿਉਂਕਿ ਉਹਨਾਂ ਦੀ ਕੋਈ ਸੁਣਦਾ ਹੀ ਨਹੀਂ ਹੋਰ। ਇਹ ਆਪਣੇ ਰਾਏ ਸਾਹਿਬ ਜਾਣੀ ਕਿ ਇੱਥੇ ਬਹੁਤ ਸਾਰੇ ਬੱਚਿਆਂ ਨੇ ਵੀ ਸੁਸਾਈਡ ਕਮਿਟ ਕੀਤਾ, ਆਪਣੇ ਏਸ਼ੀਅਨ ਬੱਚਿਆਂ ਨੇ ਵੀ, ਕਿਉਂਕਿ ਉਹਨਾਂ ਨੂੰ ਸਕੂਲ ਵਿੱਚ ਬੁਲਿੰਗ ਹੁੰਦੀ ਸੀ ਤੇ ਕਿਸੇ ਨੇ ਉਹਨਾਂ ਬਾਰੇ ਬਾਤ ਹੀ ਨਹੀਂ ਪੁੱਛੀ। ਹਾਂਜੀ, ਉਹ ਸੁਸਾਈਡ ਹੋ ਗਏ। ਹਾਂਜੀ, ਸਾਡੇ ਸਾਹਮਣੇ ਸਾਨੂੰ ਪਤਾ ਉਹਨਾਂ ਗੱਲਾਂ ਦਾ। ਹਾਂਜੀ, ਤੁਹਾਨੂੰ ਵੀ ਪਤਾ ਆ। ਤੇ ਇਦਾਂ ਦੀਆਂ ਗੱਲਾਂ ਉਹਨਾਂ ਦਾ ਜਾਣੀ ਹੱਲ ਲੱਭਣ ਦੀ ਲੋੜ ਪੈਂਦੀ ਮੌਕੇ ਸਿਰ। ਹਾਂਜੀ ਹਾਂਜੀ। ਤੇ ਜੇ ਉਹਦਾ ਹੱਲ ਨਾ ਲੱਭਿਆ ਜਾਵੇ ਤਾਂ ਫਿਰ ਕਿਉਂਕਿ ਇਹ ਜਿਹੜੀ ਮੁਸ਼ਕਿਲ ਹੁੰਦੀ ਉਹ ਠੀਕ ਆ, ਮਾਨ ਸਾਹਿਬ ਹੁਣਾਂ ਨੇ ਡਾਕਟਰਾਂ ਦੀਆਂ ਗੱਲਾਂ ਵੀ ਕੀਤੀਆਂ, ਉਹ ਵੀ ਬਹੁਤ ਜ਼ਰੂਰੀ ਆ ਗੱਲਾਂ। ਹਾਂਜੀ ਹਾਂਜੀ ਹਾਂਜੀ। ਪਰ ਜਿਹੜਾ ਤੁਹਾਡੀ ਸੁਸਾਇਟੀ ਵਿੱਚ ਜਿਹੜੀਆਂ ਕਮੀਆਂ ਆ ਉਹ ਵੀ ਦੂਰ ਕਰਨ ਦੀ ਲੋੜ ਹੈਗੀ ਆ। ਐਬਸੋਲੂਟਲੀ ਐਬਸੋਲੂਟਲੀ। ਉਹ ਦਵਾਈ ਤੋਂ ਬਿਨਾਂ ਹੋ ਸਕਦੀਆਂ, ਉਹਨਾਂ ਦੇ ਟ੍ਰੀਟਮੈਂਟ ਹੋ ਰਿਹਾ, ਉਹਨਾਂ ਦੀ ਕਾਉਂਸਲਿੰਗ ਹੁੰਦੀ ਹੈਗੀ। ਯੈਸ ਯੈਸ ਯੈਸ, ਕਾਉਂਸਲਿੰਗ ਹੁੰਦੀ ਹੈ, ਅੱਛੀ ਕਾਉਂਸਲਿੰਗ ਦੀ, ਅੱਛੇ ਲੋਕਾਂ ਦੀ ਸੋਚ ਦੀ ਲੋੜ ਹੈਗੀ ਹੈ ਵੀ ਉਹਨਾਂ ਨੂੰ ਸਮਝਾਇਆ ਜਾਵੇ। ਹਾਂਜੀ ਹਾਂਜੀ। ਔਰ ਜੇ ਉਹਨਾਂ ਦਾ ਕੋਈ ਕੰਮਕਾਰ ਖਰਾਬ ਹੋਇਆ ਜਿਹਦੀ ਖਾਤਰ ਉਹਨੂੰ ਇੰਨੀ ਪਰੇਸ਼ਾਨੀ ਹੋਈ ਆ, ਉਹਦੇ ਖਾਤਰ ਜਿੱਦਾਂ ਮਾਨ ਸਾਹਿਬ ਨੇ ਕਿਹਾ ਵੀ ਜੰਤਰ ਮੰਤਰ ਧਾਗੇ ਤਵੀਤਾਂ ਦੀ ਨਹੀਂ ਲੋੜ ਹੈਗੀ, ਉਹਨੂੰ ਉਹਦਾ ਰਸਤਾ ਦੱਸਿਆ ਜਾਵੇ ਵੀ ਆਹ ਰਸਤਾ ਸਹੀ ਹੈ, ਇੱਧਰ ਨੂੰ ਤੁਰ ਪਾ, ਸਹੀ ਹੋ ਜਾਣਾ। ਜੇ ਉਹਨੂੰ ਸਹੀ ਤੁਸੀਂ ਸਪੋਰਟ ਦੇ ਦਿਓ, ਰਸਤਾ ਦੇ ਦਿਓ, ਜਾਂ ਉਹਨੂੰ ਤੁਸੀਂ ਆਪਣੀ ਗੱਲਬਾਤ ਨਾਲ ਸਮਝਾਉਂਦੇ ਆ, ਜਾਂ ਕੋਈ ਉਹਨੂੰ ਹੋਰ ਕਿਸੇ ਤਰ੍ਹਾਂ ਦੀ ਫਾਈਨੈਂਸ਼ੀਅਲ ਲੋੜ ਹੈਗੀ ਆ ਤੇ ਉਹਦੀ ਵੀ ਹੈਲਪ ਹੋ ਜਾਂਦੀ ਆ, ਤਾਂ ਉਹਦਾ ਜਿਹੜਾ ਦਿਮਾਗ ਆਪਣੇ ਆਪੇ ਸਹੀ ਹੋਣਾ ਸ਼ੁਰੂ ਹੋ ਜਾਂਦਾ। ਬਿਲਕੁਲ ਹੋ ਜਾਂਦਾ। ਯੈਸ ਯੈਸ। ਸੋ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ। ਬਾਕੀ ਤੁਸੀਂ ਤਾਂ ਬਹੁਤ ਕੁਝ ਪਹਿਲਾਂ ਹੀ ਕਹਿ ਚੁੱਕੇ ਹੋਣੇ ਆ, ਮੈਂ ਸੁਣਿਆ ਨਹੀਂ ਪੂਰਾ ਉਹ। ਨਹੀਂ ਬਲਵੀਰ ਜੀ, ਇੱਕ ਜਾਣੀ ਕਿ ਹੋਰ ਜਿਹੜੀ ਗੱਲ ਹੈਗੀ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਵੀ ਕਰਨ ਚਾਹੁੰਦਾ, ਉਹ ਇਹ ਹੈ ਵੀ ਇਹ ਔਰਤਾਂ ਨੂੰ ਇਸੇ ਕਰਕੇ ਹੁੰਦਾ ਕਿਉਂਕਿ ਔਰਤਾਂ ਨੂੰ ਅਸੀਂ ਇੱਕਦਾਂ ਦੂਜੇ ਦਰਜੇ ਦਾ ਸ਼ਹਿਰੀ ਸਮਝਦੇ ਹਾਂ ਅਤੇ ਉਹਨਾਂ ਦੇ ਆਪਰੇਸ਼ਨ ਜਿਹੜਾ ਹੈਗਾ ਸਾਡਾ ਸਮਾਜ ਉਹ ਬੇਤਹਾਸ਼ਾ ਕਰਦਾ। ਅਤੇ ਜੇ ਯਾਨੀ ਕਿ ਉਹਦੇ ਮੁੰਡਾ ਨਹੀਂ ਹੋਇਆ ਤਾਂ ਫਿਰ ਵੀ ਉਹਦਾ ਕਸੂਰ, ਜੇ ਆਦਮੀ ਮਰ ਗਿਆ ਤਾਂ ਵੀ ਫਿਰ ਉਹਦਾ ਕਸੂਰ, ਜੇ ਕੋਈ ਘਰ ਵਿੱਚ ਕੋਈ ਹੋਰ ਮਾੜੀ ਗੱਲ ਹੋ ਗਈ ਤਾਂ ਵੀ ਉਹਦਾ ਕਸੂਰ। ਯਾਨੀ ਕਿ ਉਹਦੇ 'ਤੇ ਆਪਰੇਸ਼ਨ ਇੰਨਾ ਸਪਰੈਸ਼ਨ ਯਾਨੀ ਕਿ ਹਰ ਤਰ੍ਹਾਂ ਨਾਲ ਜਿਹੜਾ ਉਹ 'ਤੇ ਅਸੀਂ ਅਤਿਆਚਾਰ ਕਰਦੇ ਹਾਂ। ਅਤੇ ਫਿਰ ਜਿਹੜਾ ਹੈਗਾ ਉਹ ਵਿਚਾਰੀ ਆਪਣਾ ਢੋਈ ਲੱਭਣ ਦੇ ਲਈ ਇਹਨਾਂ ਬਾਬਿਆਂ ਸਾਧਾਂ ਬੁੱਚੜਾਂ ਦੇ ਯਾਨੀ ਕਿ ਜਿਹੜਾ ਹੈਗਾ ਢਾਹੇ ਚੜ੍ਹ ਜਾਂਦੀ ਹੈ ਅਤੇ ਫਿਰ ਉੱਥੋਂ ਵੀ ਸ਼ੋਸ਼ਣ ਕਰਾਉਂਦੀ ਹੈ। ਬਿਲਕੁਲ, ਉਹ ਆਪਣੇ ਆਪੇ ਢਿੱਕੇ ਆ ਜਾਂਦੀਆਂ ਵਿਚਾਰੀਆਂ ਕਿ ਹੱਲ ਤਾਂ ਉਹ ਹੈ ਨਹੀਂ ਸਹੀ, ਪਰ ਫਿਰ ਵੀ ਡਾਕਟਰ ਸਾਹਿਬ ਉਹ ਉੱਥੇ ਚਲੇ ਜਾਂਦੀਆਂ ਕਿਉਂਕਿ ਉੱਥੇ ਹੋਰ ਲੋਕ ਬਹੁਤ ਸਾਰੇ ਜਾਂਦੇ ਹੁੰਦੇ, ਲੈ ਜਾਂਦੇ ਨਾਲ ਉਹਨਾਂ। ਹਾਂਜੀ ਹਾਂਜੀ ਹਾਂਜੀ। ਮੱਲੋ ਮੱਲੀ ਉਹ ਲੱਗ ਜਾਂਦੀ ਹੈ, ਛੂਤ ਦਾ ਰੋਗ ਹੀ ਹੈ ਇਹ। ਇਹ ਛੂਤ ਦਾ ਵੀ ਮੈਂ ਸਮਝਦਾ ਵੀ ਇਹ ਕਰੋਨਾ ਵਾਇਰਸ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਜਿਹਨੂੰ ਲੱਗ ਜਾਂਦਾ ਉਹ ਕਿਉਂਕਿ ਉਹਨਾਂ ਦੇ ਨਾ ਗਾਹਕ ਬਣਦੇ ਹੁੰਦੇ ਆ। ਹਾਂਜੀ ਹਾਂਜੀ ਹਾਂਜੀ। ਉਹ ਤਾਂ ਵੱਧ ਤੋਂ ਵੱਧ ਗਾਹਕ ਬਣਾਉਂਦੇ, ਉਹ ਨਹੀਂ 5-10 ਬੰਦੇ ਇੱਦਾਂ ਦੇ ਰੱਖੇ ਹੁੰਦੇ ਗਾਹਕ ਲਿਆਉਣ ਲਈ। ਹਾਂਜੀ ਹਾਂਜੀ ਹਾਂਜੀ। ਤੇ ਉਹ ਮੱਲੋ ਮੱਲੀ ਗਾਹਕ ਲਈ ਆਉਂਦੇ। ਸੋ ਮੈਂ ਇਹ ਗੱਲ ਕਰਦਾ ਵੀ ਜਿਹੜਾ ਲੇਡੀਜ਼ ਦਾ ਹੋਰ ਵੀ ਇੱਕ ਮਸਲਾ ਡਾਕਟਰ ਸਾਹਿਬ ਹੈਗਾ ਵੀ ਇੱਥੇ ਇੰਗਲੈਂਡ ਪਿਛਲੀ ਤਾਂ ਗੱਲ ਹੈਗੀ ਆ ਵੀ ਦੋਨਾਂ ਮੀਆਂ ਬੀਵੀ ਕੋਲ ਦੋਨਾਂ ਕੋਲ ਇੰਨੀ ਜੋਬਾਂ ਹੁੰਦੀਆਂ ਸੀਗੀਆਂ ਤੇ ਤੰਗੀ ਬਾਹਲੀ ਸੀਗੀ। ਹਾਂ, ਇੱਥੇ ਜੇ ਬੰਦਾ ਕੰਮ ਕਰਦਾ ਨਾ, ਲੇਡੀ ਘਰ ਵਿੱਚ ਹੀ ਰਹਿੰਦੀ ਹੈ ਤਾਂ ਉਹਦੀ ਜੇਬ ਵਿੱਚ ਪੈਸਾ ਕੋਈ ਨਹੀਂ ਰਹਿੰਦਾ। ਹਾਂਜੀ ਹਾਂਜੀ। ਉਹਨੂੰ ਉਹ ਦਿੰਦਾ ਵੀ ਕੋਈ ਨਹੀਂ। ਉਹ ਕੰਮ ਵੀ ਸਾਰਾ ਦਿਨ ਹੀ ਕਰੀ ਜਾਂਦੀ ਹੈ, 24 ਘੰਟੇ ਕੰਮ ਵੀ ਕਰੀ ਜਾਂਦੀ ਘਰ ਦੇ ਵਿੱਚ ਵੀ। ਉਹ ਜੇਬ ਆਪਣੀ ਸਿਰਫ ਭਾਰੀ ਰੱਖਦਾ, ਉਹ ਲੇਡੀ ਨੂੰ ਨਹੀਂ ਦਿੰਦਾ ਕੁਛ ਵੀ। ਨਾਲੇ ਬਾਹਰ ਵੀ ਬਦਮਾਸ਼ੀਆਂ ਕਰਦਾ, ਸਾਰਾ ਕੁਛ ਕਰੀ ਜਾਂਦਾ ਉਹ ਤਾਂ। ਤੇ ਘਰ ਵਾਲੀ ਨੂੰ ਜਾਣੀ ਉਹਦੀ ਜੇਬ ਖਾਲੀ ਰਹਿੰਦੀ, ਜੇ ਉਹਨੂੰ ਲੈਣੇ ਪੈਸੇ ਨਾ ਉਹਨੂੰ ਮੰਗ ਕੇ ਲੈਣੇ ਪੈਂਦੇ ਹਰ ਵਾਰ। ਬਿਲਕੁਲ 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 ਬਿਲਕੁਲ। ਕੰਮ ਹੁਣ ਵੀ ਉਹਨਾਂ ਕੀਤਾ ਹੁੰਦਾ, ਬਸ ਉਹਦੀ ਜਾਣੀ ਕਦਰ ਇੰਨੀ ਘਟਾਈ ਹੁੰਦੀ ਵੀ ਉਹਦੀ ਪੇਸ਼ ਨਹੀਂ ਜਾਂਦੀ। ਸਿਰਫ ਕੰਟਰੋਲ ਜਿਹੜਾ ਪੈਸੇ ਉੱਤੇ ਬੰਦੇ ਦਾ ਹੁੰਦਾ, ਕਿਉਂਕਿ ਅਸੀਂ ਘਰ ਦੇ ਕੰਮ ਨੂੰ ਕੰਮ ਹੀ ਨਹੀਂ ਸਮਝਦੇ ਹੈ ਨਾ। ਉਹ ਤਾਂ ਮੈਂ ਕਹਿੰਦਾ ਜੀ ਡਬਲ ਡਿਊਟੀ ਆ। ਪੈਸਾ ਕੋਈ ਨਹੀਂ ਲੈਣਾ, ਕੰਮ ਸਾਰੇ ਕਰਨੇ। ਏਦਾਂ ਚੱਲਦੀ ਆਪਣੇ ਘਰਾਂ ਦੇ ਵਿੱਚ ਕੰਮ। ਜੇ ਮੰਗ ਲਵੇ ਜਨਾਨੀ ਜਾਂ ਕਹਿ ਦੇਵੇ ਮੈਨੂੰ ਪੈਸੇ ਚਾਹੀਦੇ ਇਸ ਕੰਮ ਲਈ, ਉਸੇ ਵੇਲੇ ਉਹ ਅੱਡੋ ਫਾਟ ਜਿਹਾ ਹੋਣ ਦੀ ਗੱਲ ਚੱਲ ਪੈਂਦੀ ਆ। ਫਿਰ ਸਾਰੀ ਜਾਣੀ ਪਰੇਸ਼ਾਨੀ ਦਾ ਕਾਰਨ ਆ, ਮਾਨਸਿਕ ਰੋਗਾਂ ਦਾ ਕਾਰਨ। ਬਿਲਕੁਲ 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 ਬਿਲਕੁਲ। ਥੈਂਕ ਯੂ ਥੈਂਕ ਯੂ ਰਾਏ ਸਾਹਿਬ, ਬਹੁਤ ਮਿਹਰਬਾਨੀ। ਬਲਵੀਰ ਜੀ ਥੈਂਕ ਯੂ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਬਲਵੀਰ ਹੋਣੀ। ਤੁਸੀਂ ਵੀ ਜਿਹੜਾ ਹੈਗਾ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਾਂ। ਬਹੁਤ ਵਧੀਆ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਹੈਗੀਆਂ। ਸਾਡੇ ਯਾਨੀ ਕਿ ਬੜੀ ਈਜ਼ੀ ਆਪਸ਼ਨ ਯਾਨੀ ਕਿ ਹੁੰਦੀ ਆ ਭੈਣੇ, ਯਾਨੀ ਕਿ ਇੱਥੇ ਦਾ ਕੋਈ ਇਹ ਜਿਹੜਾ ਹੈਗਾ ਕਰੋਪੀ ਹੋ ਗਈ ਆ, ਜਾਂ ਦੇ 'ਤੇ ਕੋਈ ਯਾਨੀ ਕਿ ਜਿਹੜਾ ਹੈਗਾ ਫਲਾਨਾ ਇਹਨੂੰ ਬਾਬਾ ਇਹਦਾ ਤਾਇਆ ਯਾਨੀ ਕਿ ਇਹਦੇ ਵਿੱਚ ਆਉਂਦਾ ਹੈਗਾ, ਜਿਹੜਾ ਯਾਨੀ ਕਿ ਫਲਾਨਾ ਆਉਂਦਾ ਹੈਗਾ, ਆਹ ਹੋ ਗਿਆ, ਤੂੰ ਆਪਾਂ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ, ਗੁੱਡ ਈਵਨਿੰਗ। ਮੈਂ ਚਾਂਦ ਬੋਲਦੀ ਲੰਡਨ ਤੋਂ। ਹਾਂਜੀ ਚਾਂਦ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਤੁਸੀਂ ਮਾਨਸਿਕ ਰੋਗ ਵਾਲਾ ਜਿਹੜਾ ਟੌਪਿਕ ਰੱਖਿਆ ਆ ਬਹੁਤ ਹੀ ਚੰਗਾ ਆ, ਬਹੁਤ ਹੀ ਅੱਛਾ ਹੈ, ਜਿਹੜਾ ਕਿ ਲੋਕਾਂ ਨੂੰ ਨੌਲੇਜ ਮਿਲੇ ਵੀ ਕਿੱਦਾਂ ਕਰਨੀ ਚਾਹੀਦੀ, ਕਿੱਦਾਂ ਨਹੀਂ ਕਰਨੀ ਚਾਹੀਦੀ। ਹਾਂਜੀ, ਇਹ ਤਾਂ ਕੁਦਰਤ ਦੀਆਂ ਗੱਲਾਂ ਜਦੋਂ ਤੇ ਤੁਹਾਨੂੰ ਕਿਸੇ ਨੂੰ ਵੀ ਬਿਮਾਰੀ ਲੱਗ ਸਕਦੀ ਆ, ਪਰ ਇਹ ਕਈ ਵਾਰੀ ਤੁਹਾਨੂੰ ਇੰਨਾ ਤੁਸੀਂ ਪ੍ਰੈਸ਼ਰਾਈਜ਼ ਹੋਏ ਹੁੰਦੇ ਜਿਹਦੇ ਨਾਲ ਕਿ ਤੁਹਾਨੂੰ ਕੋਈ ਵੀ ਰੋਗ ਫੜ ਸਕਦਾ ਆ। ਬਿਲਕੁਲ ਬਿਲਕੁਲ ਬਿਲਕੁਲ। ਇਹਦੇ ਵਿੱਚ ਜਿਹੜੇ ਹੈਗੇ ਧਾਗੇ ਤਵੀਤਾਂ ਵੱਲ ਤਾਂ ਜਾਣਾ ਹੀ ਨਹੀਂ ਚਾਹੀਦਾ। ਮੈਨੂੰ ਲੱਗਦਾ ਨਹੀਂ ਵੀ ਇੱਥੇ ਇਹਨਾਂ ਕੰਟਰੀਆਂ ਦੇ ਵਿੱਚ ਕੋਈ ਜਾਂਦਾ ਹੋਵੇ। ਨਾ ਜੀ ਨਾ, ਬਹੁਤ ਜਾਂਦੇ ਹੈਗੇ। ਅਸੀਂ 2 ਬਾਬੇ ਤਾਂ ਅੰਦਰ ਕਰਾ ਚੁੱਕੇ ਹਾਂ। ਤੇ
ਅੱਛਾ ਜੀ, ਪਰ ਮੈਨੂੰ ਪਤਾ ਨਹੀਂ। ਪਰ ਇਦਾਂ ਹੈਗੀ ਆ ਵੀ ਇੰਡੀਆ ਦੇ ਵਿੱਚ ਤਾਂ ਕਹਿੰਦੇ ਹੁੰਦੇ ਚਲੋ ਜੀ ਤੇਰਾ ਹੱਥ ਹੌਲਾ ਕਰਾ ਲਈਏ, ਤੈਨੂੰ ਫਲਾਣੇ ਬਾਬੇ ਦੇ ਕੋਲ ਚੱਲ ਜਾਈਏ, ਧਮਕੜੇ ਕੋਲ, ਅਸੀਂ ਇੰਗਲੈਂਡ ਨੂੰ ਜਾਣਾ ਤਾਂ ਬਾਬਿਆਂ ਦੇ ਤੁਰ ਪੈਂਦੀਆਂ ਸੀ ਲੋਕੀ। ਰੀਜ਼ਨ ਇਹ ਹੈਗਾ ਵੀ ਜਿਹੜਾ ਤਾਂ ਬੰਦਾ ਬਿਮਾਰ ਹੁੰਦਾ ਉਹਨੂੰ ਬੜੀ ਸਪੋਰਟ ਦੀ ਜ਼ਰੂਰਤ ਹੁੰਦੀ। ਬਿਲਕੁਲ 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 ਸਪੋਰਟ ਉਹ ਹੁੰਦੀ ਹੈ, ਸਪੋਰਟ ਸਿਰਫ ਘਰ ਵਾਲੇ ਹੀ ਦੇ ਸਕਦੇ, ਜਾਂ ਬੱਚੇ ਦੇ ਸਕਦੇ, ਜਾਂ ਵਾਈਫ ਦੇ ਸਕਦੀ, ਜਾਂ ਹਸਬੈਂਡ ਦੇ ਸਕਦਾ ਇੱਕ ਦੂਸਰੇ ਨੂੰ। ਉਹਦੇ ਸਪੋਰਟ ਦੇ ਨਾਲ ਹੀ ਜਿਹੜਾ ਜੇ ਬੰਦਾ ਪੈਰਾਲਾਈਜ਼ਡ ਹੋ ਗਿਆ ਆ, ਜੇ ਤੁਸੀਂ ਉਹਦੀ ਲੁੱਕ ਆਫਟਰ ਅੱਛੇ ਤਰੀਕੇ ਨਾਲ ਕਰੋਗੇ ਤਾਂ ਮੈਂ ਤਾਂ ਕਹਿੰਦੀ ਆ ਵੀ ਉਹਦੇ ਵਰਗੀ ਕੋਈ ਦਵਾ ਹੀ ਨਹੀਂ ਹੈ। ਫਿਰ ਜੇਕਰ ਤੁਸੀਂ ਉਹਦੀ ਕੇਅਰ ਹੀ ਨਹੀਂ ਕਰਨੀ, ਜੇ ਰੋਟੀ ਖਾਧੀ ਨਹੀਂ ਖਾਧੀ, ਨਾ ਅਸੀਂ ਆਪ ਕੰਮ ਤੇ ਤੁਰ ਪੈਣਾ, ਦਿਸ ਐਂਡ ਦੈਟ, ਉਹ ਜਿਹੜਾ ਹੈਗਾ ਉਸ ਬੰਦੇ ਦੇ ਉੱਤੇ ਬਹੁਤ ਹੀ ਅਸਰ ਪੈਂਦਾ ਹੈ। ਉਹਨੇ ਬਿਮਾਰ ਦੀ ਜਗ੍ਹਾ ਕੀ ਉਹਨੇ ਹੋਰ ਬਿਮਾਰ ਹੋ ਜਾਣਾ, ਉਹ ਡਿਪਰੈਸ਼ਨ ਵਿੱਚ ਚਲ ਜਾਊਗਾ, ਉਹ ਜ਼ਿਆਦਾ ਡਿਪਰੈਸ਼ਨ 'ਚ ਚਲ ਜਾਊਗਾ ਵੀ ਦੇਖੋ ਮੈਨੂੰ ਆਪਣੇ ਘਰ ਦੇ ਨਹੀਂ ਪੁੱਛਦੇ ਹੈਗੇ ਤਾਂ ਵੀ ਮੈਂ, ਤੁਸੀਂ ਉਹ ਸੋਚਦਾ ਰਹਿੰਦਾ ਇਨਸਾਨ ਵੀ ਮੈਂ ਕਿਹੜੇ ਗੁਨਾਹ ਕਰ ਦਿੱਤੇ ਆ ਜਿਹੜਾ ਕਿ ਮੇਰਾ ਪਰਿਵਾਰ ਹੀ ਮੇਰੇ ਦੇ ਨਾਲ ਏਦਾਂ ਇਹ ਸਲੂਕ ਕਰ ਰਿਹਾ ਆ। ਬਿਲਕੁਲ ਬਿਲਕੁਲ ਬਿਲਕੁਲ। ਇਸ ਕਰਕੇ ਮੈਂ ਕਹਿੰਦੀ ਹਾਂ ਤੁਹਾਡੇ ਵਿੱਚ ਪੇਸ਼ੈਂਸ ਬਹੁਤ ਹੋਣੀ ਜ਼ਰੂਰੀ ਆ, ਔਰ ਤੁਸੀਂ ਉਸ ਇਨਸਾਨ ਦੇ ਨਾਲ ਪਿਆਰ ਨਾਲ ਗੱਲ ਕਰੋ, ਪਿਆਰ ਦੇ ਨਾਲ ਉਹਨੂੰ ਸਮਝਾਵੋ, ਔਰ ਉਹਦੀ ਜਿੰਨੀ ਤੁਸੀਂ ਸੇਵਾ ਕਰ ਸਕਦੇ ਤੁਸੀਂ ਕਰੋ। ਪਰ ਇਹਨੂੰ ਚਾਂਚੀ ਇਦਾਂ ਵੀ ਹੈ ਨਾ ਵੀ ਕੁਝ ਲੋਕ ਜਿਹੜਾ ਹੈਗਾ ਉਸ ਵਿਚਾਰੇ ਨੂੰ ਦੋਸ਼ ਦੇਣ ਲੱਗ ਪੈਂਦੇ ਹੈਗੇ ਜਦੋਂ ਕਿ ਉਹ ਵਿਚਾਰਾ, ਲੋਕੀ ਕਹਿ ਦਿੰਦੇ ਮੂੰਹ ਤੇ ਕਹਿ ਦਿੰਦੇ ਵੀ ਤੈਨੂੰ ਤਾਂ ਆਰਾਮ ਹੀ ਨਹੀਂ ਆਉਣਾ। ਹਾਂ ਇਦਾਂ ਵੀ ਹੈ, ਇਦਾਂ ਵੀ ਹੈ। ਬਹੁਤ ਰੋਂਗ ਆ। ਜੇ ਤੁਸੀਂ ਨੈਗੇਟਿਵਿਟੀ ਉਹਦੇ ਵਿੱਚ ਪਾ ਦੇਣੀ ਆ ਤਾਂ ਉਹਦੇ ਵਿੱਚ ਪੋਜ਼ਿਟਿਵ ਕਿੱਥੋਂ ਆਉਣਾ ਆ? ਮੈਂ ਸਮਝਦਾ ਵੀ ਇਹ ਤਾਂ ਤਲਵਾਰ ਨਾਲ ਵੀ ਵੱਡਾ ਯਾਨੀ ਕਿ ਜ਼ਖਮ ਦੇਣ ਵਾਲੀ ਗੱਲ ਹੈ। ਜੇ ਕਿਸੇ ਨੂੰ ਇਹ ਕਹਿਣਾ ਤੈਨੂੰ ਤਾਂ ਆਰਾਮ ਹੀ ਨਹੀਂ ਆਉਣਾ ਹੈ ਨਾ, ਇਹ ਬਹੁਤ ਵੱਡਾ ਜ਼ਖਮ ਹੈ। ਜੇ ਉਹਨੇ ਜੀਂਦਾ ਰਹਿਣਾ ਵੀ ਉਹ ਤਾਂ ਵੀ ਮਰ ਜਾਊ। ਬਿਲਕੁਲ, ਉਹ ਕਹਿੰਦਾ ਨਾ ਵੀ ਤੂੰ ਤਾਂ ਮੌਤ ਚੰਗੀ ਹੈ। ਹਾਂਜੀ, ਇਸ ਕਰਕੇ ਦਵਾ ਨਾਲੋਂ ਦਵਾ ਕਹਿੰਦੇ ਹੁੰਦੇ ਵੀ ਜਿਹੜੀ ਹੈਗੀ ਹੈ ਨਾ ਤੁਹਾਨੂੰ ਜਿਹੜੀ ਸਪੋਰਟ ਮਿਲਦੀ ਆਪਣੀ ਫੈਮਿਲੀ ਦੀ, ਇਦੋਂ ਵੱਡੀ ਹੋਰ ਕੋਈ ਵੀ ਜਿਹੜੀ ਹੈਗੀ ਦਵਾ ਨਹੀਂ ਹੋ ਸਕਦੀ। ਸਪੋਰਟ ਇਜ਼ ਮੋਰ ਇੰਪੋਰਟੈਂਟ। ਜਦੋਂ ਵੀ ਕੋਈ ਬਿਮਾਰ ਹੁੰਦਾ ਹੈ, ਕੋਈ ਵੀ ਆ, ਮੈਂ ਕਹਿੰਦੀ ਆ ਹੁਣ ਮੈਂ ਇੱਕ ਨੂੰ ਜਾਣਦੀ ਆ, ਉਹ ਪਾਕਿਸਤਾਨ ਉੱਥੇ ਵਿੱਚ ਰਹਿੰਦੇ ਸੀ, ਦੁਬਈ ਦੇ ਵਿੱਚ ਕਪਲ ਰਹਿੰਦੇ ਸੀਗੇ, ਉਹਦਾ ਹਸਬੈਂਡ ਬਹੁਤ ਕੰਮ ਕਰਦਾ ਸੀ। ਉਹ ਜਦੋਂ ਪੈਰਾਲਾਈਜ਼ਡ ਹੋ ਗਿਆ, ਉਹ ਜਨਾਨੀ ਕਹਿੰਦੀ ਇਹਨੂੰ ਮੈਂ ਲੁੱਕ ਆਫਟਰ ਨਹੀਂ ਕਰ ਸਕਦੀ। ਉਹਨੇ ਕੀ ਕੀਤਾ, ਉਹਨੇ ਉਹਦੇ ਵਿੱਚ ਪਾ ਕੇ ਨਾ ਚੇਅਰ ਦੇ ਵਿੱਚ ਤਾਂ ਉਹਨੂੰ ਬਾਹਰ ਧੱਕਾ ਦੇ ਦਿੱਤਾ। ਉਹਨੂੰ ਜਦੋਂ ਬਾਹਰ ਧੱਕਾ ਦੇ ਦਿੱਤਾ, ਉਹਦੀ ਭੈਣ ਇੱਥੇ ਰਹਿੰਦੀਆਂ ਭੈਣਾਂ ਰਹਿੰਦੀਆਂ ਸੀਗੀਆਂ, ਉਹਦੀ ਭੈਣ ਨੇ ਗੱਲ ਮੇਰੇ ਨਾਲ ਕੀਤੀ, ਕਹਿੰਦੀ ਵੀ ਚਾਂ ਜੀ ਏਦਾਂ ਦਾ ਮੇਰੇ ਭਰਾ ਦੇ ਨਾਲ ਹੋਈ ਹੈ, ਮੇਰੀ ਭਰਜਾਈ ਨੇ ਏਦਾਂ ਕੀਤੀ ਆ ਮੇਰੇ ਭਰਾ ਦੇ। ਕਹਿੰਦੇ ਲੋਕਾਂ ਨੇ ਐਂਬੂਲੈਂਸ ਕਾਲ ਕਰਕੇ ਤਾਂ ਉਹਨੂੰ ਹਸਪੀਟਲ ਭੇਜਿਆ। ਕਈ ਜਨਾਨੀਆਂ, ਕਈ ਪਰਿਵਾਰ ਏਦਾਂ ਦੇ ਹੁੰਦੇ ਕਿ ਜੇ ਤੁਸੀਂ ਬਿਮਾਰ ਹੋ ਜਾਂਦੇ ਉਹ ਕਹਿੰਦੇ ਹੁਣ ਇਹ ਦਫਾ ਹੋ। ਬਹੁਤ ਗਲਤ ਗੱਲ ਆ, ਬਹੁਤ ਜ਼ਿਆਦਾ ਰੋਂਗ ਆ। ਤੁਸੀਂ ਇਨਸਾਨੀਅਤ ਦੀ ਜਿਹੜੀ ਕਿਤੇ ਇਨਸਾਨੀਅਤ ਹੈ ਹੀ ਨਹੀਂ। ਜਦੋਂ ਤੱਕ ਉਹਦੇ ਘਰ ਪੈਰ ਚੱਲਦੇ ਉਦੋਂ ਤੱਕ ਤੁਸੀਂ ਉਹਦੀ ਵੀ ਬੱਲੇ ਬੱਲੇ ਕਰੀ ਜਾਣਾ। ਜਦੋਂ ਬਿਮਾਰ ਹੋ ਗਿਆ ਜਾਂ ਬੈੱਡ ਤੇ ਪੈ ਗਿਆ ਤਾਂ ਉਹਨੂੰ ਦੁਦਕਾਰਨਾ, ਦਿਸ ਇਜ਼ ਵੈਰੀ ਵੈਰੀ ਰੋਂਗ। ਪਰ ਆਪਣੇ ਆਪ ਨੂੰ ਉਦਾਂ ਬੜਾ ਧਾਰਮਿਕ ਹੁੰਦੇ ਹੈਗੇ ਲੋਕ, ਉਹ ਧਾਰਮਿਕ ਬਹੁਤ ਹੁੰਦੇ ਆ ਲੋਕ, ਪਰ ਇਹ ਗਲਤ ਗੱਲਾਂ ਆ, ਬਹੁਤ ਗਲਤ ਗੱਲਾਂ। ਮੈਂ ਕਹਿੰਦੀ ਆ ਇੱਥੇ ਬਹੁਤ ਲੋਕ ਏਦਾਂ ਦੇ ਆ ਜਿਹੜੇ ਕਹਿੰਦੇ ਅਸੀਂ ਕੰਮਾਂ ਤੇ ਜਾਣਾ, ਜਾਂ ਜਨਾਨੀਆਂ ਨੇ ਜਾਣਾ, ਜਾਂ ਆਦਮੀਆਂ ਨੇ ਜਾਣਾ, ਚੱਲ ਬਿਮਾਰ ਆ ਤਾਂ ਚੱਲ ਰੋਟੀ ਖਾ ਲਾ, ਖਾਣੀ ਨਹੀਂ ਖਾਣੀ, ਉਹਦੇ ਕੋਲ ਨਾ ਹੈਲ ਹੋਵੇ ਨਾ ਹੋਰ ਹੋਵੇ। ਜੇ ਤੁਸੀਂ ਸਪੋਰਟ ਹੀ ਨਹੀਂ ਦੇਣੀ, ਉਹਨੇ ਦਿਨੋਂ ਦਿਨ ਉਹਨੇ ਡਹਿੰਦਾ ਹੀ ਜਾਣਾ। ਬਿਲਕੁਲ 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 ਬਿਲਕੁਲ। ਸਪੋਰਟ ਇਜ਼ ਮੋਸਟ ਇੰਪੋਰਟੈਂਟ ਮੈਂ ਕਹਿੰਦੀ ਹੈਗੀ ਆ, ਆਪਣੀ ਫੈਮਿਲੀ ਦੀ, ਆਪਣੀ ਵਾਈਫ ਦੀ ਬਹੁਤ ਜ਼ਿਆਦਾ ਸਪੋਰਟ ਦੇ ਨਾਲ ਤੁਸੀਂ ਜਿਹੜੇ ਹੈਗੇ ਬੈਠੇ ਆ, ਤੁਸੀਂ ਖੜੇ ਹੋ ਸਕਦੇ ਆ। ਇਹ ਚਾਂਦੀ ਕਈ ਬੰਦੇ ਜਗਰਾਤਾ ਕਰਾਉਣਾ, ਮਾਤਾ ਦੀਆਂ ਭੇਟਾਂ ਯਾਨੀ ਕਿ ਜਾਂ ਅਖੰਡ ਪਾਠ ਕਰਾਉਣਾ, ਇਦਾਂ ਗੱਲ ਬਣ ਜੂ? ਇਦਾਂ ਗੱਲ ਕੋਈ ਨਹੀਂ ਬਣਦੀ, ਕੋਈ ਗੱਲ ਨਹੀਂ ਬਣਦੀ। ਜਿੰਨੇ ਵੀ ਪੰਡਤ ਆ, ਪੰਡਤਾਂ ਨੂੰ ਜਿਹੜਾ ਹੈਗੇ ਉਹਦੀਆਂ ਬੁੱਕਾਂ ਪਾੜ ਦੇਣੀਆਂ ਚਾਹੀਦੀਆਂ। ਪੰਡਤ ਜਿਹੜੇ ਹੈਗੇ ਆ ਉਹ ਤਾਂ ਪੈਸੇ ਖੋਣ ਦੇ ਮਾਰੇ ਆ ਤੁਹਾਡੇ ਕੋਲ। ਉਹ ਹੁਣ ਮੇਰੀ ਇੱਕ ਫਰੈਂਡ ਹੈਗੀ, ਉਹ ਮੈਨੂੰ ਕਹਿੰਦੀ ਵੀ ਮੈਨੂੰ ਪੰਡਤ ਕਹਿੰਦਾ ਤੇਰੇ ਮੁੰਡੇ ਦਾ ਵਿਆਹ ਹੋ ਜੂ। ਕਹਿੰਦੀ ਮੈਂ ਸੋਨਾ ਉਹਨੂੰ ਇੰਨਾ ਦਿੱਤਾ, ਸੋਨਾ ਇੰਨਾ ਦਿੱਤਾ, ਕਹਿੰਦੀ ਵਿਆਹ ਹਜੇ ਤੱਕ ਨਹੀਂ ਹੋਇਆ। ਮੈਂ ਕਿਹਾ ਤੂੰ ਤਾਂ ਆਪਣਾ ਘਰ ਵੀ ਨਾਲ ਲਾ ਦਿੰਦੀ ਤਾਂ ਵੀ ਨਹੀਂ ਤੇਰਾ ਮੁੰਡੇ ਦਾ ਵਿਆਹ ਏਦਾਂ ਹੋਣਾ ਸੀਗਾ। ਇਹ ਜਿਹੜਾ ਮੈਂ ਕਿਹਾ ਜਿਹੜੇ ਲਗਨ ਆ ਜਾਂ ਵਿਆਹ ਸ਼ਾਦੀਆਂ, ਇਹ ਤਾਂ ਮੈਂ ਕਿਹਾ ਵੀ ਉੱਤੋਂ ਹੀ, ਮੈਂ ਕਿਹਾ ਧੁਰ ਤੋਂ ਹੀ ਬਣੇ ਹੋਏ ਆ ਤੁਹਾਡੇ, ਵੀ ਕਦੋਂ ਹੋਣਾ ਕਦੋਂ ਨਹੀਂ ਹੋਣਾ ਹੈ ਕਿ ਨਹੀਂ। ਇਹਦਾ ਤਾਂ ਟਾਈਮ ਹੀ ਪਤਾ ਦੇ ਸਕਦਾ ਹੈਗਾ ਆ। ਪਰ ਜਿਹੜੀਆਂ ਬਿਮਾਰੀਆਂ ਆ, ਮੈਂ ਤਾਂ ਕਹਿੰਦੀ ਆ ਕਿਸੇ ਨੂੰ ਕੋਈ ਬਿਮਾਰੀ ਨਾ ਲੱਗੇ ਔਰ ਕੋਈ ਕਿਸੇ ਦਾ ਸਹਾਰਾ ਨਾ ਬਣੇ। ਫਿਰ ਕਹਿੰਦੇ ਨੇ ਤੁਹਾਡੇ ਪਿਛਲੇ ਜਨਮਾਂ ਦਾ ਕਰਮਾਂ ਦਾ ਫਲ ਆ। ਇਹ ਕੋਈ ਕਰਮਾਂ ਦੀ ਕਰਮ ਕੀ ਇੱਥੇ ਕਰਮ ਬੰਦਾ ਸਾਰੇ ਕਿਸੇ ਕੌਣ ਚਾਹੁੰਦਾ ਹੈ ਵੀ ਮੈਂ ਬਿਮਾਰ ਹੋਵਾਂ? ਕੋਈ ਨਹੀਂ ਚਾਹੁੰਦਾ ਵੀ ਮੈਂ ਬਿਮਾਰ ਹੋਵਾਂ। ਹਰ ਇੱਕ ਕੋਈ ਚਾਹੁੰਦਾ ਕਿ ਮੈਂ ਆਪਣੇ ਘਰ ਪੈਰਾਂ ਤੇ ਚੱਲਦਾ ਰਵਾਂ, ਔਰ ਮੈਂ ਜਿੰਨਾ ਵੀ ਕਰ ਸਕਦਾ ਆਪਣੇ ਪਰਿਵਾਰ ਵਾਸਤੇ, ਆਪਣੀ ਫੈਮਿਲੀ ਦੇ ਵਾਸਤੇ ਮੈਂ ਕਰਾਂ। ਔਰ ਮੈਂ ਇਸ ਦੁਨੀਆ ਦੇ ਵਿੱਚ ਆਪਣੀ ਜਿਹੜੀ ਹੈਗੀ ਆ ਵੀ ਜਿੰਨੇ ਵੀ ਜੀਵਨ, ਜੇ ਹੁਣ ਮੈਂ ਪੈਸਾ ਕਮਾਇਆ ਆ, ਤੁਸੀਂ ਦੇਖੋ 60 ਸਾਲ ਤੱਕ ਦਾ ਬੰਦਾ 65 ਸਾਲ ਤੱਕ ਕੰਮ ਕਰਦਾ, ਬਾਅਦ ਵਿੱਚ ਤੁਸੀਂ ਬਿਮਾਰ ਹੋ ਗਏ, ਉਸ ਪੈਸੇ ਕਮਾਏ ਦਾ ਕੀ ਫਾਇਦਾ? ਬਿਲਕੁਲ ਬਿਲਕੁਲ ਬਿਲਕੁਲ। ਜਿਹੜਾ ਤੇ ਫੈਮਿਲੀ ਜਿਹੜਾ ਹੈਗਾ ਉਹ ਵੀ ਦੁਦਕਾਰਦੀ ਆ, ਤੇ ਪਰ ਬਹੁਤ ਜ਼ਿਆਦਾ ਰੋਂਗ ਆ। ਇਹ ਬੰਦੇ ਭੁਗਤਣਗੇ ਫਿਰ ਤੁਹਾਡਾ ਖਿਆਲ? ਇਹ ਤਾਂ ਹੁਣ ਅੱਜ ਕੱਲ ਕਲਯੁਗ ਆ।
ਅੱਜ ਕੱਲ ਤੁਹਾਨੂੰ ਮੈਂ ਦੱਸਾਂ, ਜਿਹੜੇ ਲੋਕੀ ਉਦਾਂ ਦੇ ਆ ਨਾ, ਜਿਹੜੇ ਖਰਾਬ ਕੰਮ ਕਰਦੇ ਆ, ਮੈਂ ਕਹਿੰਦੀ ਆ ਉਹ ਜ਼ਿਆਦਾ ਸੁਖੀ ਆ। ਜਿਹੜੇ ਸੱਚੇ ਲੋਕ ਆ, ਮੂੰਹ ਤੇ ਗੱਲ ਕਹਿਣ ਵਾਲੇ, ਕਹਿਣਾ ਇਹ ਕਿੱਦਾਂ ਦੀ ਕਿੰਨੀ ਰੁੱਖੀ ਹੈ, ਮੈਨੂੰ ਮੂੰਹ ਤੇ ਗੱਲ ਕਹਿ ਗਈ, ਪਰ ਬਾਅਦ ਦੇ ਵਿੱਚ ਉਹ ਪਛਤਾਉਂਦੇ ਆ ਨਾ, ਸ਼ੀ ਇਜ਼ ਰਾਈਟ ਔਰ ਹੀ ਇਜ਼ ਰਾਈਟ। ਏਦਾਂ ਦੇ, ਕਿਉਂਕਿ ਜੇ ਤੇਰੇ ਮੇਰੇ ਵਰਗਿਆਂ ਦੇ ਸਾਰਿਆਂ ਦੇ ਖਿਆਲ ਸੇਮ ਹੋ ਜਾਣ, ਮੈਂ ਕਹਿੰਦੀ ਵੀ ਦੁਨੀਆ ਜਿਹੜੀ ਹੈਗੀ ਆ, ਕੋਈ ਦੁਖੀ ਨਾ ਹੋਵੇ ਇਸ ਦੁਨੀਆ ਦੇ ਵਿੱਚ। ਪਰ ਮੈਂ ਇਹੀ ਆਖਰਕਾਰ ਮੈਂ ਇਹੀ ਕਹੂੰਗੀ ਵੀ ਪਰਿਵਾਰ ਦੀ ਸਪੋਰਟ ਹੋਣੀ ਬਹੁਤ ਹੀ ਜ਼ਰੂਰੀ ਹੈ। ਥੈਂਕ ਯੂ ਚਾਂਦ ਜੀ, ਬਹੁਤ ਮਿਹਰਬਾਨੀ। ਓਕੇ ਜੀ, ਬਾਏ ਬਾਏ। ਓਕੇ, ਇਹ ਤਾਂ ਸੀ ਚਾਂਦ ਜੀ, ਤੁਸੀਂ ਵੀ ਜਿਹੜਾ ਹੈਗਾ ਸਾਡੇ ਨਾਲ ਸਾਂਝ ਪਾ ਸਕਦੇ ਆ। ਬਹੁਤ ਹੀ ਅਹਿਮ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਹੈਗੀਆਂ, ਜਿਹੜਾ ਇਹ ਪਿਛਲੇ ਜਨਮਾਂ ਦਾ ਕਰਮਾਂ ਦਾ ਫਲ ਫੁੱਲ ਜਿਹੜਾ ਹੈਗਾ ਬਿਲਕੁਲ ਬਕਵਾਸ ਹੈਗਾ, ਬਿਲਕੁਲ ਯਾਨੀ ਕਿ ਕਿਸਮਤ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਬਿਲਕੁਲ ਬਕਵਾਸ ਕਿਸਮ ਦੀਆਂ ਗੱਲਾਂ ਹੈਗੀਆਂ। ਇਹ ਤੁਸੀਂ ਆਪ ਹੀ ਸਭ ਕੁਛ ਜਿਹੜਾ ਹੈਗਾ ਉਹ ਬਣਾਉਣੇ ਹੈਗੇ ਆ। ਅਤੇ ਮਾਨਸਿਕ ਰੋਗ, ਜਿਸ ਤਰ੍ਹਾਂ ਮੈਂ ਆਪਣੇ ਲੇਖ ਵਿੱਚ ਵੀ ਸੀ ਗੱਲ ਕੀਤੀ, ਜਿਹੜੇ ਕਾਲਰਸ ਵੀ ਇਹ ਗੱਲ ਕਰ ਰਹੇ ਹੈਗੇ, ਇੱਕ ਤਾਂ ਜਿਹੜਾ ਸੋਸ਼ਲ ਦਾ ਪ੍ਰੈਸ਼ਰ ਹੈ, ਸੋਸ਼ਲਾਈਜ਼ ਪ੍ਰੈਸ਼ਰ ਹੁੰਦਾ ਹੈਗਾ, ਉਹ ਤੁਹਾਡੇ 'ਤੇ ਜਿਹੜਾ ਹੈਗਾ ਤੁਹਾਨੂੰ ਮਾਨਸਿਕ ਰੋਗ ਵੱਲ ਲੈ ਕੇ ਜਾਂਦਾ, ਡਿਪਰੈਸ਼ਨ ਵੱਲ ਲੈ ਕੇ ਜਾਂਦਾ ਹੈਗਾ। ਸੁਸਾਈਡ ਵੀ ਯਾਨੀ ਕਿ ਬੰਦਾ ਕਰ ਸਕਦਾ, ਯਾਨੀ ਕਿ ਜਾਂ ਜਿਹੜਾ ਹੈਗਾ ਤੁਹਾਨੂੰ ਕੋਈ ਕੈਮੀਕਲਸ ਤੁਹਾਡੇ ਵਿੱਚ ਬਾਅਦ ਘੱਟ ਹੋ ਸਕਦੀ, ਪਰ ਉਹਦਾ ਇਲਾਜ ਜਿਹੜਾ ਹੈਗਾ ਮਾਹਰ ਡਾਕਟਰ ਜਿਹੜੇ ਹੈਗੇ, ਸਾਈਕੈਟਰਿਸਟ ਜਿਹੜਾ ਹੈਗਾ, ਤੁਸੀਂ ਆਪਣੇ GP ਕੋਲ ਜਾਓ, ਉਹ ਤੁਹਾਨੂੰ ਰੈਫਰ ਕਰ ਸਕਦਾ, ਯਾਨੀ ਕਿ ਤੁਹਾਨੂੰ ਕਾਉਂਸਲਿੰਗ ਲਈ ਭੇਜ ਸਕਦਾ ਹੈਗਾ, ਯਾਨੀ ਕਿ ਜਾਂ ਕਿਸੇ ਸਾਈਕੋਲੋਜਿਸਟ ਕੋਲ, ਯਾਨੀ ਕਿ ਜਾਂ ਸਾਈਕੈਟਰਿਸਟ ਦੇ ਕੋਲ ਭੇਜ ਸਕਦਾ। ਪਰ ਇਹਨਾਂ ਸਾਧ ਬਾਬਿਆਂ ਕੋਲ ਜਿਹੜਾ ਜਾਣ ਦੇ ਨਾਲ ਤੁਸੀਂ ਆਪਣਾ ਸਰੀਰਕ ਵੀ ਸ਼ੋਸ਼ਣ ਕਰਾਓਗੇ, ਤੁਸੀਂ ਆਪਣਾ ਮਾਨਸਿਕ ਸ਼ੋਸ਼ਣ ਵੀ ਕਰਾਓਗੇ, ਤੁਸੀਂ ਆਪਣਾ ਆਰਥਿਕ ਸ਼ੋਸ਼ਣ ਵੀ ਕਰਾਓਗੇ, ਅਤੇ ਤੁਹਾਡਾ ਹਰ ਤਰ੍ਹਾਂ ਨਾਲ ਸ਼ੋਸ਼ਣ ਹੈਗਾ। ਜੇ ਤੁਸੀਂ ਇਹ ਕਹੋ ਵੀ ਜਿਹੜਾ ਅਖੰਡ ਪਾਠ ਕਰਾਉਣ ਦੇ ਨਾਲ, ਯਾਨੀ ਕਿ ਜਾਂ ਕਿ ਧਾਗਾ ਟੂਣਾ ਟਾਮਣਾ ਕਰਨ ਦੇ ਨਾਲ, ਕਿਸੇ ਪੰਥ ਨੂੰ ਰੋਟੀ ਖਿਲਾਉਣ ਦੇ ਨਾਲ, ਯਾਨੀ ਕਿ ਜਾਂ ਕੋਈ ਹੋਰ ਕੁਛ ਜਿਹੜਾ ਕਰਾਉਣ ਦੇ ਨਾਲ ਤੁਹਾਡਾ ਕੰਮ ਹੋ ਜੂ, ਬਿਲਕੁਲ ਨਹੀਂ ਹੋਣਾ। ਸਾਇੰਟੀਫਿਕ ਤਰੀਕੇ ਨਾਲ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਦੂਰ ਹੁੰਦੀਆਂ। ਤੁਸੀਂ ਵੀ ਸਾਡੇ ਨਾਲ ਜਿਹੜਾ ਹੈਗਾ ਸਾਂਝ ਪਾ ਸਕਦੇ ਆ। ਟੈਲੀਫੋਨ ਲਾਈਨ ਸਾਡੀਆਂ ਖੁੱਲ੍ਹੀਆਂ ਹੈਗੀਆਂ। ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਹੈਗੇ। ਹੈਲੋ ਜੀ, ਕੌਣ ਤੋਂ ਜੀ, ਕਿੱਥੋਂ ਬੋਲਦੇ ਆ ਜੀ? ਵੈਲਕਮ ਹੈ ਜੀ। ਹਾਂਜੀ ਡਾਕਟਰ ਸਾਹਿਬ, ਮੈਂ ਪਿਆਲਾ ਬੰਗੜ ਬੋਲ ਰਿਹਾ ਜੀ। ਬੰਗੜ ਸਾਹਿਬ, ਕੀ ਕਹਿਣਾ ਚਾਹੋਗੇ ਮਾਨਸਿਕ ਰੋਗ ਬਾਰੇ? ਮਾਨਸਿਕ ਰੋਗ ਜਿਹੜਾ ਆ ਅਸਲ ਤੌਰ ਤੇ ਇਹ ਤਾਂ ਡਿਪਰੈਸ਼ਨ ਹੋ ਜਾਂਦਾ, ਬਾਅਦ ਦੇ ਵਿੱਚ ਇਨਸਾਨ ਜਿਹੜਾ ਆ ਉਹ ਦਿਮਾਗੀ ਬਿਮਾਰ ਹੋ ਜਾਂਦਾ। ਔਰ ਇਹ ਜਿਹੜੇ ਲੋਕ ਆ, ਜਿਹਨੂੰ ਜੰਤਰਾਂ ਮੰਤਰਾਂ ਵਾਲੇ ਲੋਕ ਕਹਿੰਦੇ ਆ, ਜਾਂ ਜਿਹੜੇ ਲੋਕ ਸਾਡੇ ਇਹਨਾਂ ਵੱਲ ਨੂੰ ਜਾਂਦੇ ਆ, ਮੈਂ ਕਹੂੰਗਾ ਕਿ ਉਹ ਜਿਹੜੇ ਵੀ ਲੋਕ ਇਹਨਾਂ ਲੋਕਾਂ ਗਏ ਆ, ਮੈਂ ਉਹ ਕਰ ਸਾਰੇ ਬਰਬਾਦ ਹੁੰਦੇ ਦੇਖੇ ਆ। ਬਿਲਕੁਲ ਬਿਲਕੁਲ ਬਿਲਕੁਲ। ਦੁਨੀਆ ਵਾਲਿਓ, ਇਹ ਜੋ ਜੰਤਰ ਮੰਤਰਾਂ ਦੇ ਪੁਜਾਰੀ, ਇਹ ਤਾਂ ਇਨਸਾਨੀਅਤ ਦੇ ਅਤਿਆਚਾਰੀ, ਇਹਨਾਂ ਦੀ ਚੁੰਗਲ 'ਚ ਮਤ ਆਉਣਾ, ਦੂਰ ਰਹਿਣਾ ਇਹਨਾਂ ਦਗੇਬਾਜ਼ਾਂ ਤੋਂ, ਕਿਉਂਕਿ ਇਹ ਨਿਰੇ ਧੋਖੇਬਾਜ਼ ਇਨਸਾਨੀਅਤ ਦੇ ਸ਼ਿਕਾਰੀ। ਇਹਨਾਂ ਤੋਂ ਦੂਰ ਰਹਿਣ ਦੀ ਲੋੜ ਹੈ, ਕਿਉਂਕਿ ਇਹ ਜਿਹੜੇ ਲੋਕ ਆ, ਇਹਨਾਂ ਨੇ ਸਾਡੇ ਦੇਸ਼ ਦੇ ਵਿੱਚ ਉੱਥੇ ਲੁੱਟ ਮਚਾਈ ਆ। ਤੁਸੀਂ ਇੱਥੇ ਕਹਿੰਦੇ ਆ ਨਾ, ਤੁਹਾਨੂੰ ਚਾਹੇ ਵਾਕਿਆ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਆ। ਜਿਹੜੇ ਲੋਕ ਇੱਥੇ ਆ ਕੇ ਵੀ ਅਕਲਮੰਦ ਲੋਕਾਂ ਨੂੰ ਵੀ ਬੇਵਕੂਫ ਬਣਾ ਰਹੇ ਆ, ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਇਨਸਾਨ ਇੰਨੀ, ਜਿਹੜੇ ਦੇਸ਼ ਦੇ ਵਿੱਚ ਸਭ ਕੁਝ ਹੈ, ਹਰ ਸਹੂਲਤ ਆ, ਕਿ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ, ਕੋਈ ਤੁਸੀਂ ਬਿਮਾਰ ਹੁੰਦੇ ਆ, ਨਾਲੇ ਤਾਂ ਤੁਹਾਡਾ ਮੁਫਤ ਇਲਾਜ ਹੁੰਦਾ, ਨਾਲੇ ਉਹ ਤੁਹਾਨੂੰ ਗੌਰਮੈਂਟ ਤੁਹਾਡੀ ਜਿਹੜੀ ਆ ਤੁਹਾਡੇ ਵੱਲਦੀ ਹੈ। ਇੱਥੇ ਕੋਈ ਇੱਦਾਂ ਦੀ ਗੱਲ ਨਹੀਂ, ਫਿਰ ਲੋਕ ਕਿਉਂ ਇਹਨਾਂ ਲੋਕਾਂ ਕੋਲ ਜਾਂਦੇ? ਮੈਨੂੰ ਇਸ ਗੱਲ ਤੋਂ ਹੈਰਾਨੀ ਆ। ਮੈਂ ਕਹਿੰਦਾ ਤੁਸੀਂ ਬੰਗੜ ਸਾਹਿਬ ਹੈਰਾਨ ਹੋਵੋਗੇ, ਮੈਂ ਇਹੋ ਜਿਹਾ ਬੁੱਝੜ ਤੇ ਇਹੋ ਜਿਹਾ ਮੂਰਖਾਂ ਨੂੰ, ਪੜ੍ਹੇ ਲਿਖੇ ਮੂਰਖਾਂ ਨੂੰ ਜਾਣਦਾ, ਜਿਨ੍ਹਾਂ ਨੇ ਇੱਥੇ ਦੀ ਡਾਕਟਰੀ ਦੀ ਪੜ੍ਹਾਈ ਕੀਤੀ ਹੈ। ਡਾਕਟਰ, ਮੈਡੀਕਲ ਡਾਕਟਰ ਹੈਗੇ ਆ, ਅਕਾਊਂਟੈਂਟ ਹੈਗੇ ਆ, ਸੋਸ਼ਲ ਆਪਣੇ ਜਿਹੜੇ ਹੈਗੇ ਆ ਉਹ ਵਕੀਲ ਹੈਗੇ ਆ, ਇਨਕੇ ਹੋਰ ਵੱਡੀਆਂ ਵੱਡੀਆਂ ਪੋਸਟਾਂ ਹੈ, ਪਰ ਉਹ ਵੀ ਇਹਨਾਂ ਦੇ ਚੁੰਗਲਾਂ ਵਿੱਚ ਫਸੇ ਹੈ। ਬਿਲਕੁਲ। ਤੁਹਾਨੂੰ ਪਤਾ ਮੇਰੀ ਇੱਕ ਬੇਟੀ ਵੀ ਤੁਹਾਡੇ ਵਾਂਗੂ ਆਪਣੇ ਸਾਈਕੋਲੋਜੀ ਦੀ ਡਾਕਟਰ ਆ। ਕਹਿੰਦੇ ਆਏ ਸੀ, ਉਹ ਕਹਿੰਦੇ ਡੈਡ ਮੈਂ ਥੋੜੀ ਆਪਣੀ ਜਿਹੜੀ ਹੈ ਨਾ ਮੇਰੀ ਡਿਊਟੀ ਆ ਥੋੜੀ ਬਦਲ ਗਈ, ਮੇਰੇ ਹੋਰ ਮੈਨੂੰ ਕਲੀਨਿਕ ਮਿਲੀ ਆ। ਮੈਂ ਕਿਹਾ ਹੁਣ ਉੱਥੇ ਕਿੱਦਾਂ ਦੇ ਪਾਗਲ ਹੈ। ਉਹ ਹੱਸ ਕੇ ਕਹਿੰਦੀ ਡੈਡ ਦੁਨੀਆ ਸਦਾ ਤੋਂ ਹੀ ਜਿਹੜੇ ਮਾਨਸਿਕ ਰੋਗੀ ਆ ਉਹ ਤੁਹਾਨੂੰ ਸਦਾ ਹੀ ਮਿਲਣਗੇ, ਪਰ ਅਸੀਂ ਉਹਨਾਂ ਨੂੰ ਠੀਕ ਕਰ ਦਿੰਦੇ ਆ। ਬਿਲਕੁਲ ਬਿਲਕੁਲ। ਕਿਉਂਕਿ ਮੈਂ ਜੋ ਕਵਿਤਾਵਾਂ ਵੀ ਲਿਖਿਆ ਨਾ, ਉਹ ਵੀ ਇਹੀ ਗੱਲ ਦੱਸਦੀ ਕਿ ਭਾਂਤ ਦੀ ਦੁਨੀਆ ਜਗ ਤੇ ਕਾਦਰ ਸਿੱਜੀ ਬਹੁਰੰਗੀ ਲੁਕਾਈ, ਰੂਪ ਵੱਖਰਾ ਰੰਗ ਵੱਖਰੇ ਮਹਾਂਦਰਾ ਇੱਕੋ ਜਿਹਾ ਕਿਸੇ ਦਾ ਨਹੀਂ, ਜਿਤਵਿਆ ਨਹੀਂ ਇੱਕੋ। ਦੇਖੋ ਨਾ, ਕੁਦਰਤੀ ਤੌਰ ਤੇ ਵੀ ਬੇਸ਼ੱਕ 5 ਬੱਚੇ ਆ, ਚਾਹੇ 2 ਬੱਚੇ ਆ, ਚਾਹੇ 7 ਆ, ਉਹ ਸਾਰੇ ਇੱਕੋ ਜਿਹਾ ਮਾਂਦਰਾ ਹੋ ਕੇ ਵੀ ਉਹਨਾਂ 'ਚ ਕੋਈ ਨਾ ਕੋਈ ਡਿਫਰੈਂਸ ਹੈ। ਬਿਲਕੁਲ। ਮੈਂ ਆਪਣੇ ਪਰਿਵਾਰ 'ਚੋਂ ਬਿਲਕੁਲ ਵੱਖਰਾ ਹੈਗਾ। ਕਿਆ ਬਾਤ ਹੈ, ਕਿਆ ਬਾਤ ਹੈ ਕਿ ਤੁਹਾਡੀ ਜਿਹੜੀ ਸੋਚ ਆ, ਉਹ ਮੇਰਾ ਖਿਆਲ ਆ ਕਿ ਤੁਸੀਂ ਜ਼ਰੂਰ ਸਮਾਜ ਦੇ ਵਿੱਚ, ਜਾਂ ਹੋ ਸਕਦਾ ਘਰ ਦੇ ਵਿੱਚ, ਜਿਸ ਤਰ੍ਹਾਂ ਮੈਂ ਖੁਦ ਦੇਖਿਆ, ਜਦੋਂ ਸਾਡੇ ਘਰ ਦੇ ਵਿੱਚ ਕੋਈ ਗੱਲ ਐਸੀ ਗਲਤ ਹੁੰਦੀ ਸੀ, ਬੇਸ਼ੱਕ ਕੋਈ ਵੀ ਜੀ ਕਰਦਾ ਸੀ, ਬੇਸ਼ੱਕ ਮੈਂ ਉਹਨੂੰ ਕਹਿਣਾ ਕਿ ਇਹਨੂੰ ਇੱਦਾਂ ਬਦਲਣੀ, ਕੋਈ ਜੇ ਉਹਦੀ ਨਹੀਂ ਬਦਲੇ ਤਾਂ ਮੈਂ ਕਵਿਤਾਵਾਂ ਲਿਖਣ ਲੱਗ ਪਿਆ।
ਤੁਸੀਂ ਆਪਣਾ ਬੰਗੜ ਸਾਹਿਬ ਕਿਉਂ ਦੁੱਖ ਫਰੋਲਦੇ ਆ, ਅਸੀਂ ਰਾਈਟਰ ਕਿਉਂ ਬਣੇ ਆ, ਐਨੀਵੇ ਤੁਹਾਡੀ ਲੋਕਾਂ ਦਾ ਜਿਹੜਾ ਆਪਣਾ ਦਰਦ ਸੀਗਾ ਲੋਕਾਂ ਦਾ ਦਰਦ ਨਾਲ ਮਿਲਾ ਲਿਆ, ਅਤੇ ਇਸੇ ਕਰਕੇ ਇੱਧਰਲੇ ਮਹਿਕਮੇ 'ਚ ਵੀ ਪੈ ਹੈਗੇ ਆ। ਬਹੁਤ ਹੀ ਪਿਆਰੀਆਂ ਗੱਲਾਂ ਤੁਸੀਂ ਕੀਤੀਆਂ ਬੰਗੜ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਪਿਆਰੇ ਲਾਲ ਬੰਗੜ ਹੋਣੀ, ਬਹੁਤ ਪਿਆਰੀਆਂ ਗੱਲਾਂ ਕਰਕੇ ਗਏ। ਆਪ ਵੀ ਬਹੁਤ ਵਧੀਆ ਇਹ ਲੇਖਕ ਹੈਗੇ ਆ, ਬਹੁਤ ਵਧੀਆ ਕਵਿਤਾਵਾਂ ਲਿਖਦੇ ਆ, ਅਤੇ ਤੁਸੀਂ ਵੀ ਸਾਡੇ ਨਾਲ ਜਿਹੜਾ ਹੈਗਾ ਸੰਵਾਦ ਰਚਾ ਸਕਦੇ। ਅਜੇ ਵੀ ਸਾਡੇ ਤੋਂ 12 ਮਿੰਟ ਬਾਕੀ ਹੈਗੇ ਆ, ਕਿਉਂਕਿ ਬਹੁਤ ਸਾਰੇ ਜਿਹੜੇ ਇਹੋ ਜਿਹੇ ਕੇਸਿਸ ਹੈਗੇ ਆ ਉਹਨਾਂ ਵਿੱਚ ਮੈਂ ਜਦੋਂ ਦੇਖਦਾ ਹੈਗਾ ਇਹਨਾਂ ਬੁੱਚੜਾਂ ਦੇ ਜਿਹੜਾ ਬੱਸ ਜਾਣੀ ਕਿ ਪੈ ਕੇ ਉਹ ਜਾਣੀ ਕਿ ਲੋਕ ਜਿਹੜੇ ਆ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈਗਾ, ਤੁਹਾਡਾ ਜਾਣੀ ਕਿ ਦਿਲ ਪਾਟ ਜਾਂਦਾ ਵੀ ਇਹ ਦੇਖੋ ਕੀ ਜਾਣੀ ਕਿ ਲੋਕ ਇਹ ਮੂਰਖ ਲੋਕ ਕੀ ਕਰ ਰਹੇ ਹੈਗੇ ਆ। ਉਹਨਾਂ ਵਿਚਾਰਿਆਂ 'ਤੇ ਉਹ ਵਿਕਟਮਸ 'ਤੇ ਜਿਹੜਾ ਹੈਗਾ ਬਲੇਮ ਦਿੱਤਾ ਜਾਂਦਾ ਵੀ ਇਹਨਾਂ ਦਾ ਕਸੂਰ ਸੀਗਾ, ਜਦੋਂ ਕਿ ਤੁਹਾਨੂੰ ਕੋਈ ਵੀ ਕਿਸ ਤਰ੍ਹਾਂ ਦੀ ਕੋਈ ਕਿਸੇ ਨੂੰ ਸੱਟ ਪੇਟ ਲੱਗ ਸਕਦੀ ਹੈ, ਕਿਸੇ ਨੂੰ ਜਾਣੀ ਜਿਹੜਾ ਹੈਗਾ ਉਹਦੇ ਬਾਪ ਦੀ ਡੈਥ ਹੋ ਸਕਦੀ ਹੈ, ਉਹਦੀ ਮਾਂ ਦੀ ਡੈਥ ਹੋ ਸਕਦੀ ਹੈ, ਯਾਨੀ ਕਿ ਜਾਂ ਕੋਈ ਇਹੋ ਜਿਹਾ ਡਿਜ਼ਾਸਟਰ ਜਾਣੀ ਕਿ ਤੁਹਾਡੇ 'ਤੇ ਅਚਾਨਕ ਆ ਪੈਂਦਾ ਹੈਗਾ, ਤੁਸੀਂ ਨਹੀਂ ਸਹਾਰ ਸਕਦੇ ਹੈਗੇ। ਹਰ ਇੱਕ ਦਾ ਜਿਹੜਾ ਮਨ ਹੈਗਾ ਉਹ ਇੰਨਾ ਸਟਰੋਂਗ ਨਹੀਂ ਹੁੰਦਾ, ਜਾਂ ਤੁਹਾਨੂੰ ਵਪਾਰ ਵਿੱਚ ਘਾਟਾ ਪੈ ਗਿਆ ਹੈਗਾ, ਜਾਂ ਤੁਸੀਂ ਯਾਨੀ ਕਿ ਕਿਸੇ ਕਲਾਸ ਵਿੱਚੋਂ ਫੇਲ ਹੋ ਗਏ ਹੈਗੇ, ਜਾਂ ਤੁਹਾਨੂੰ ਨੌਕਰੀ ਵਿੱਚੋਂ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਖਾਰਜ ਕਰ ਦਿੱਤਾ ਗਿਆ ਹੈਗਾ, ਜਾਂ ਤੁਹਾਨੂੰ ਕੰਮ 'ਤੇ ਜਿਹੜਾ ਹੈਗਾ ਉੱਥੇ ਬੁਲਿੰਗ ਹੁੰਦੀ ਹੈ, ਜਾਂ ਸਕੂਲੇ ਕਾਲਜ ਯੂਨੀਵਰਸਿਟੀ ਵਿੱਚ ਤੁਹਾਡਾ ਬੁਲਿੰਗ ਹੁੰਦੀ ਹੈ, ਜਾਂ ਬੀਂਗ ਏ ਵੂਮਨ ਤੁਹਾਨੂੰ ਬਹੁਤ ਸਾਰੇ ਤੁਹਾਡੇ ਇਸ਼ੂਜ਼ ਹੈਗੇ, ਤੁਹਾਡੇ ਬੱਚਾ ਨਹੀਂ ਹੋ ਰਿਹਾ ਹੈਗਾ ਇਸ ਕਰਕੇ ਵੀ ਤੁਹਾਨੂੰ ਬੁਲਿੰਗ ਹੋ ਰਹੀ ਆ, ਜਾਂ ਤੁਸੀਂ ਇੰਡੀਆ ਪਾਕਿਸਤਾਨ ਬੰਗਲਾਦੇਸ਼ ਤੋਂ ਇੱਥੇ ਆਏ ਆ, ਤੁਹਾਡੇ ਨਾਲ ਕਈ ਤਰ੍ਹਾਂ ਦੀ ਬੁਲਿੰਗ ਹੁੰਦੀ ਆ, ਦੇਅਰ ਆਰ ਲੋਡਸ ਆਫ ਇਸ਼ੂਜ਼। ਪਰ ਉਹਨਾਂ ਗੱਲ ਕਰਕੇ ਜਿਹੜਾ ਹੈਗਾ ਤੁਹਾਨੂੰ ਡਿਪਰੈਸ਼ਨ ਵਿੱਚ ਲੈ ਕੇ ਚੱਲ ਜਾਣਾ, ਯਾਨੀ ਕਿ ਜਾਂ ਤੁਹਾਡੀ ਸਿਚੁਏਸ਼ਨ ਇਹੋ ਜਿਹੀ ਹੋਏਗੀ ਤੁਸੀਂ ਇੱਥੇ ਕੰਮ ਕਰਦੇ ਆ ਉੱਥੇ ਕੋਈ ਤੁਹਾਡੇ ਨਾਲ ਬਦਮਾਸ਼ੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਅਤੇ ਤੁਸੀਂ ਯਾਨੀ ਕਿਹੜਾ ਹੈਗਾ ਆਪਣੇ ਹਸਬੈਂਡ ਨਾਲ ਯਾਨੀ ਕਿ ਜਾਂ ਤੁਸੀਂ ਆਪਣੇ ਕਿਸੇ ਹੋਰ ਰਿਸ਼ਤੇਦਾਰ ਘਰ ਵਿੱਚ ਕਿਸੇ ਨਾਲ ਗੱਲ ਨਹੀਂ ਕਰੇ, ਤੁਸੀਂ ਆਪਣੇ ਆਪ ਵਿੱਚ ਹੀ ਡਿਪਰੈਸ਼ਨ ਵਿੱਚ ਚਲ ਜਾਂਦੇ ਆ, ਅਤੇ ਉਸ ਤੋਂ ਬਾਅਦ ਤੁਸੀਂ ਸੁਸਾਈਡ ਕਰ ਲੈਂਦੇ ਆ। ਉਹਦੇ ਨਾਲ ਬਹੁਤ ਵੱਡਾ ਤੁਸੀਂ ਆਪਣੀ ਜ਼ਿੰਦਗੀ ਦਾ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ ਮਲਹੋਤਰਾ ਸਾਹਿਬ। ਹਾਂਜੀ ਆਪਣੇ ਸਤਿ ਸ਼੍ਰੀ ਅਕਾਲ ਜੀ, ਮੈਂ ਆਪਣੇ ਜਸਵਿੰਦਰ ਸਿੰਘ ਬੋਲਦਾ ਜਾਲਪ। ਹਾਂਜੀ ਜਸਵਿੰਦਰ ਜਾਲਪ ਜੀ, ਕੀ ਕਹਿਣਾ ਚਾਹੋਗੇ? ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ ਮੈਂ ਸਾਰਾ, ਬਹੁਤ ਸੋਹਣੇ ਤੁਸੀਂ ਗੱਲਾਂ ਕਰ ਰਹੇ ਆ, ਤੇ ਵੈਸੇ ਵੀ ਤੁਹਾਨੂੰ ਸੁਣਦੇ ਰਹੇ ਨੇ, ਬਹੁਤ ਬਹੁਤ ਸੋਹਣੇ ਤੁਹਾਡੇ ਵਿਚਾਰ ਹੁੰਦੇ ਆ। ਹਾਂਜੀ, ਤੋ ਜਿਹੜੀ ਮਾਨਸਿਕ ਬਿਮਾਰੀਆਂ ਹੈਗੀਆਂ ਵੈਸੇ ਇਹ ਦੇਖਿਆ ਜਾਵੇ ਤਾਂ ਇਹ ਇਨਸਾਨ ਨੂੰ ਸਮਾਜ ਦਿੰਦਾ ਵਾ। ਬਿਲਕੁਲ ਸਮਾਜ ਦੇ ਵਿੱਚ ਕਹ ਲਓ ਸਮਾਜ ਦਿੰਦਾ, ਧਰਮ ਵੀ, ਧਰਮ ਵੱਲੋਂ ਵੀ ਦੇਖੀਏ ਧਰਮ 'ਚ ਵੀ ਕਈ ਜਿਹੜੀਆਂ ਜਿੱਦਾਂ ਹੁਣ ਸਾਡਾ ਇਹ ਸਦੀਆਂ ਦਾ ਸਾਡਾ ਇਤਿਹਾਸ ਆਪਾਂ ਦੇਖੀਏ ਤਾਂ ਕੁਛ ਲੋਕਾਂ ਨੂੰ ਉਹ ਕਹਿੰਦੇ ਨਹੀਂ ਤੁਸੀਂ ਇਹ ਧਰਮ ਕਹਿੰਦਾ ਨਹੀਂ ਤੁਸੀਂ ਨੀਵੇਂ ਆ। ਬਿਲਕੁਲ ਬਿਲਕੁਲ ਜਾਤ ਪਾਤ ਨੇ, ਯਾਨੀ ਕਿ ਇਸ ਜਾਤ ਪਾਤ ਵੀ ਕਹ ਲਓ, ਤੇ ਇਹ ਜਿਹੜਾ ਅਸਲ ਦੇ ਵਿੱਚ ਮੇਰੇ ਖਿਆਲ 'ਚ ਜਿਹੜਾ ਹੈਗਾ ਨਾ ਇਹ ਸਾਨੂੰ ਜਿਹੜਾ ਹੈਗਾ ਸਾਡਾ ਸਮਾਜ ਜਿਹੜਾ ਹੈਗਾ ਕਿਉਂਕਿ ਉਹੀ ਸਮਾਜ 'ਚ ਹੀ ਆ ਜਾਂਦਾ, ਧਰਮ ਵੀ ਸਮਾਜ ਨੇ ਬਣਾਇਆ ਸੀ ਨਾ। ਬਿਲਕੁਲ ਬਿਲਕੁਲ ਬਿਲਕੁਲ, ਤੇ ਉਹ ਲੋਕ ਉਦੋਂ ਪੁਰਾਣੇ ਜ਼ਮਾਨੇ 'ਚ ਮੰਨਦੇ ਸੀ। ਤੇ ਮੇਰੀ ਇੱਕ ਕਵਿਤਾ ਹੈਗੀ ਇਸੇ ਦੇ ਉੱਤੇ, ਬਿਲਕੁਲ ਧਾਰਮਿਕ ਸਮਾਜਿਕ ਬੁਰਾਈਆਂ ਤੇ। ਨਹੀਂ ਤੁਸੀਂ ਆਪਣੇ ਅਲਾਓ ਕਰੋ। ਨਹੀਂ ਜਲ ਜੀ, ਕਵਿਤਾ ਤਾਂ ਰਹਿਣ ਦਿਓ ਕਿਉਂਕਿ ਕਾਫੀ ਕਾਲਜ ਜਾਣ ਕੇ ਆ ਰਹੀਆਂ ਹੈਗੀਆਂ, ਤੁਸੀਂ ਉੱਦਾਂ 2-3 ਪੁਆਇੰਟ ਮੈਨੂੰ ਦੱਸੋ। ਕਵਿਤਾ ਤਾਂ ਅਸੀਂ ਸੁਣਦੇ ਰਹੇ ਹਾਂ ਤੁਹਾਡੀ ਐਕਸਲ 'ਤੇ ਵੀ। ਹਾਂਜੀ ਅੱਛਾ ਨਹੀਂ ਕੋਈ ਨਹੀਂ, ਉਹ ਇਸੇ ਜਿਹੜੀਆਂ ਹੈਗੀਆਂ ਨਾ ਮਾਨਸਿਕ ਬਿਮਾਰੀਆਂ ਦੇ ਤਾਂ ਹਾਂਜੀ ਮਾਨਸਿਕ ਬਿਮਾਰੀਆਂ ਦੇ ਨਾਲ ਬਿਲਕੁਲ ਢੁਕਦੀ ਆ ਉਹਦੇ ਤੇ ਆਪਣੇ ਜਿਹੜੇ ਪੁਰਾਣੇ ਪੰਡਤ ਨੇ ਜੋ ਕੀਤਾ ਸੀ ਉਹਦੇ ਬਾਰੇ ਆ ਗਿਆ। ਹਾਂ ਸਿਰਫ ਜਾਣੀ ਕਿ 2 ਲਾਈਨਾਂ ਤੁਸੀਂ ਸੁਣਾ ਦਿਓ ਮੈਨੂੰ। ਹਾਂਜੀ, ਉਹਦੇ ਵਿੱਚ ਆਪਣੇ ਜਿਹੜਾ ਹੈਗਾ ਜਿਹੜੀ ਇੱਕ ਮਿੰਟ ਮੈਂ ਫਿਰ ਤੁਹਾਨੂੰ ਸ਼ੁਰੂ ਕਰਦਾ। ਇਹ ਅਸਲ 'ਚ ਪੰਡਤ ਦੇ ਬਾਰੇ ਆ ਜੀ। ਕੋਈ ਨਹੀਂ ਜਿਹਦੇ ਬਾਰੇ ਮਰਜ਼ੀ ਪੰਡਤ ਹੋਵੇ, ਭਾਵੇਂ ਮੌਲਵੀ ਹੋਵੇ, ਚਾਹੇ ਯਾਨੀ ਕਿ ਕੋਈ ਮੁੱਲਾ ਹੈਗਾ, ਚਾਹੇ ਮੈਂ ਤੁਹਾਨੂੰ ਥੋੜ੍ਹੀ ਕਰਕੇ ਉਹ ਫਿਰ ਬਾਹਰ ਟਾਈਮ ਨਹੀਂ ਕਰ ਲਾਉਂਦਾ ਹਨਾ। ਹਾਂਜੀ ਪੰਡਤ ਨੇ ਇਹ ਗੱਲ ਕੀਤੀ, ਉਹ ਕਹਿੰਦਾ ਜਦੋਂ ਨਾ ਲੋਕਾਂ ਨੂੰ ਜਾਤਾਂ ਪਾਤਾਂ 'ਚ ਵੰਡਿਆ ਤੇ ਉਹ ਕਹਿੰਦਾ ਸੀ ਉਹਦੇ ਦਿਮਾਗ ਦੇ ਵਿੱਚ ਇਹ ਵੀ ਆਉਂਦਾ ਸੀ ਕਿ ਕਿਤੇ ਇਕੱਠੇ ਹੋ ਕੇ ਮੇਰੇ ਉਲਟ ਬਗਾਵਤ ਨਾ ਕਰ ਦੇਣ। ਤੇ ਉਹਨੇ ਉਹ ਲਾਈਨਾਂ ਨੇ, ਇਕੱਠੇ ਹੋ ਕੇ ਲੋਕ ਨਾ ਬਗਾਵਤ ਦੇ ਰਾਹ ਪੈਣ, ਛੂਤਾਂ ਜਿਹੇ ਗੁੱਟ ਸਮਾਜ 'ਚ ਬਣਾਉਂਦਾ ਸੀ, ਪਾੜੋ ਅਤੇ ਰਾਜ ਕਰੋ ਸਿਆਸਤਾਂ ਵੀ ਖੇਡਦਾ ਸੀ, ਉੱਚੀਆਂ ਨੀਵੀਆਂ ਜਾਤਾਂ ਵਿੱਚ ਵੰਡ ਕੇ ਲੜਾਉਂਦਾ ਸੀ, ਪ੍ਰਚਾਰ ਬੜਾ ਕਰੇ ਰੱਬ ਗਰੀਬਾਂ ਨੂੰ ਹੀ ਮਿਲਦਾ ਹੈ, ਲੁੱਟ ਪੁੱਟ ਮਾਇਆ ਜੇਬ ਆਪਣੀ 'ਚ ਪਾਈ ਜਾਵੇ, ਆਰਥਿਕ ਮੰਦਹਾਲੀ ਤੇ ਗਰੀਬੀ ਵਿੱਚ ਡੋਬ ਦੇਣ ਲਈ ਉਦਾਸੀ ਦੈਂਤ ਰਸਮਾਂ ਦਾ ਵਧਾਈ ਜਾਵੇ, ਉਦਾਸੀ 'ਚ ਮਨੁੱਖ ਦਾ ਦਿਮਾਗ ਕਦੇ ਠੀਕ ਸੋਚਦਾ ਨਹੀਂ, ਵਹਿਮ ਡਿਪਰੈਸ਼ਨ 'ਚ ਆਪੇ ਡੁੱਬੀ ਜਾਂਦਾ ਹੈ, ਇਕੱਲਾ ਸਮਝ ਦੁਨੀਆ 'ਚ ਆਤਮ ਹੱਤਿਆ ਕਰ ਲੈਂਦਾ, ਲਾਈ ਲੱਗ ਬਣ ਕੇ ਸ਼ਹੀਦੀ ਕੋਈ ਪਾਉਂਦਾ ਹੈ। ਜਦੋਂ ਬੰਦੇ ਨੂੰ ਉਦਾਸੀ ਦੇ ਵਿੱਚ ਲੈ ਆਓ ਤੇ ਉਹ ਹੌਲੀ ਡਿਪਰੈਸ਼ਨ ਦੇ ਰਾਹ ਤੇ ਪੈ ਜਾਂਦਾ। ਬਿਲਕੁਲ ਜਲਬ ਸਾਹਿਬ ਬਹੁਤ ਮਿਹਰਬਾਨੀ, ਥੈਂਕ ਯੂ ਜਲਬ ਜੀ, ਥੈਂਕ ਯੂ, ਬਹੁਤ ਮਿਹਰਬਾਨੀ।
ਇਹ ਤਾਂ ਸੀ ਜੀ ਜਸਵਿੰਦਰ ਜਲਬੋਣੀ। ਤੁਸੀਂ ਵੀ ਜਿਹੜਾ ਹੈਗਾ ਸਭ ਤੋਂ ਅਜੇ ਵੀ 7 ਮਿੰਟ ਹੈਗੇ ਆ, ਤੁਸੀਂ ਵੀ ਜਾਣੀ ਕਿ ਟੈਲੀਫੋਨ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਆ, ਕਿਉਂਕਿ ਬਹੁਤ ਸਾਰੀਆਂ ਗੱਲਾਂ ਇਨਕੇ ਸਾਹਮਣੇ ਆ ਰਹੀਆਂ ਹੈਗੀਆਂ। ਮੈਂ ਸਮਝਦਾ ਵੀ ਇਹ 1 ਘੰਟੇ ਦੇ ਵਿੱਚ 1 ਘੰਟੇ ਦਾ ਬਕਾਇਦਾ 50 ਮਿੰਟ ਹੁੰਦੇ ਹੈ, ਉਹਦੇ ਵਿੱਚ ਬਹੁਤ ਸਾਰੇ ਇਸ਼ੂਜ਼ ਮੈਂ ਚਾਹੁੰਦਾ ਵੀ ਕਵਰ ਕਰਨੇ ਹੁੰਦੇ ਅਤੇ ਬਹੁਤ ਸਾਰੇ ਲੋਕਾਂ ਦੀਆਂ ਕਾਲਸ ਵੀ ਲਈਆਂ ਜਾਣ ਤਾਂ ਕਿ ਇਸ ਮਸਲੇ ਬਾਰੇ ਸੰਵਾਦ ਰਚਾਇਆ ਜਾ ਸਕੇ, ਕਿਉਂਕਿ ਇਹਦੇ ਨਾਲ ਲੇਬਲਿੰਗ ਵੀ ਕਰਦੇ ਹੈਗੇ ਆ। ਜਦੋਂ ਕਿ ਜਿਸ ਤਰ੍ਹਾਂ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਬਹੁਤ ਸਾਰੇ ਇਹਦੇ ਵਿੱਚ ਮਾਨਸਿਕ ਰੋਗ ਦੇ ਵਿੱਚ ਬਹੁਤ ਸਾਰੇ ਇਸ਼ੂਜ਼ ਹੁੰਦੇ ਆ। ਕਿਸੇ ਨੂੰ ਜਿਹੜਾ ਹੈਗਾ ਉਹ ਸਕਿਜ਼ੋਫਰੇਨੀਆ ਹੈਗਾ, ਕਿਸੇ ਨੂੰ ਜਾਣੀ ਕਿ ਜਿਹੜਾ ਹੈਗਾ ਡਿਪਰੈਸ਼ਨ, ਸੀਰੀਅਸ ਡਿਪਰੈਸ਼ਨ ਜਾਣੀ ਕਿ ਹੈਗਾ, ਪੋਸਟ ਜਿਹੜਾ ਹੈਗਾ ਡਿਪਰੈਸ਼ਨ ਹੈਗਾ, ਜਾਣੀ ਕਿ ਪਰ ਜਾਣੀ ਕਿ ਅਸੀਂ ਸਾਡੇ ਆਪਣੇ ਪੰਜਾਬੀ ਦੇ ਵਿੱਚ ਅਸੀਂ ਸਿਰ ਫਰਕ ਨੂੰ ਪਾਗਲੀ ਜਾਣੀ ਕਿ ਕਹਿੰਦੇ ਹੈਗੇ, ਜਦੋਂ ਕਿ ਕਈ ਤਰ੍ਹਾਂ ਦੀਆਂ ਕਈ ਕਿਸਮਾਂ ਹੈਗੀਆਂ ਅਤੇ ਉਹਦੇ ਕਈ ਕਾਰਨ ਜਾਣੀ ਕਿ ਹੋ ਸਕਦੇ ਹੈਗੇ ਆ। ਅਤੇ ਜ਼ਰੂਰੀ ਨਹੀਂ ਹੈ ਵੀ ਉਹਨੂੰ ਵੱਡੇ ਵੱਡੇ ਟੀਕੇ ਲਾਉਣੇ ਪੈਣ, ਜਾਣੀ ਕਿ ਕਾਉਂਸਲਿੰਗ ਦੇ ਨਾਲ ਜਿਹੜੀਆਂ ਗੱਲਾਂ ਠੀਕ ਹੋ ਸਕਦੀਆਂ। ਅਤੇ ਬਹੁਤ ਸਾਰੀਆਂ ਤਰਕਸ਼ੀਲ ਸੁਸਾਇਟੀ ਜਾਣੀ ਜਿਹੜੀ ਹੈਗੀ ਉਹਨਾਂ ਨੇ ਬਹੁਤ ਸਾਰੇ ਇਹੋ ਜਿਹੇ ਕੇਸਿਸ ਵੀ ਡੀਲ ਕੀਤੇ ਹੈਗੇ ਜਿੱਥੇ ਕਿ ਕਾਉਂਸਲਿੰਗ ਦੇ ਨਾਲ ਜਿਹੜੇ ਹੈਗੇ ਉਹ ਬੰਦੇ ਠੀਕ ਹੋ ਗਏ ਹੈਗੇ ਆ। ਪਰ ਉਹਦਾ ਜਾਣੀ ਜਿਹੜਾ ਮਾਹੌਲ ਹੈਗਾ ਉਹ ਸਾਜ਼ਗਰ ਹੋਣਾ ਚਾਹੀਦਾ ਤਾਂ ਕਿ ਉਹਨਾਂ ਮਸਲਿਆਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦੀ ਠੀਕ ਤਰ੍ਹਾਂ ਜਿਹੜੀ ਹੈਗੀ ਆ ਜਿਹੜੀ ਉਹਦੀ ਜਾਣੀ कि ਉਹਦਾ इलाज किया जा सके। हेलो जी, कौन थे जी, कितने बोलते? वेलकम है जी। मैं बर्मिंघम से बोल रही हूँ, अर्चना। हाँ जी। आपका बहुत प्रोग्राम अच्छा है, मुझे पता है कि समय बहुत कम है। हाँ जी। इसलिए मैं जल्दी से पॉइंट्स ही बोल सकती हूँ जो मैं सोचती हूँ कि होना चाहिए। हाँ जी। सबसे पहले तो मैं ये कहूँगी, हमें कैसे पता लगता है कि इंसान जो है ये जो इसको मेंटल प्रॉब्लम है, इसमें हम ये देखते हैं कि जो सडनली कोई उसमें चेंजेस आ गए, सैडनेस हो गया, चिड़चिड़ा होने लग गया, या उसको कोई डर है, कोई वरी है, कोई चिंता है, तो अकेला बैठा है या एकदम लड़ने को पड़ता है और सबके साथ से मिलने अकेला कमरे में चल जाता है, लोग बीच में बैठता नहीं है, उसमें जैसे स्लीपिंग की प्रॉब्लम आ गई है, उठा रहता है जाता, ये सब चीज़ें मतलब ना हम कह सकते हैं कि ये इसमें मेंटल प्रॉब्लम आ रही हैं। तो इसके लिए हमें क्या करना चाहिए? मैं थोड़े क्योंकि समय आपके पास कम है इसलिए मैं बताती हूँ। ऐसे इंसान को कई बार वो अपनी फैमिली को नहीं बताता उसको क्या प्रॉब्लम है, कौन उसे बुलिंग कर रहा है, कौन उसे कुछ कर रहा है, तो क्या उसके काम पे उसको कोई डर नहीं रहा, कोई धमका तो नहीं रहा, और कि वो काम कर जाने के लिए वो डर रहा हो कि मैं काम पे जाऊंगा, वो शख्स वहां पर खड़ा होगा तो इससे वो अपने आप को सुसाइड करने के लिए लगता है या अपने को जलाने लगता है या अच्छे से छलांग लगाने के लिए कार में एक्सीडेंट या कार चलती कार में छलांग लगाना चाहता है, इस तरह की प्रॉब्लम करने लगता है कि जिससे कि वो इस सिचुएशन से भाग सके। तो मैं ये कहूँगी ऐसे लोगों को साधु संतों के पास, ये जो है फकीरों के पास मत लेके जाओ, इनका इलाज होगा काउंसलिंग से। ये काउंसलिंग फ्रेंड्स दे सकते हैं, और कई बार जब बच्चा अपने घर वालों को नहीं बताता ना सुनाता तो पड़ोसियों का सहारा ले सकते हो आप सोसाइटी का जो लोकल सर्विसेज उनका हेल्प ले सकते हैं और फ्रेंड्स से ले सकते हैं। और इसको इस चीज से निकालने के लिए उसको कीप एक्टिव रखिए, उसको काम इधर करो थोड़ा उधर करो, उसको बाहर लेके जाओ, उसको जो फूड अच्छा दिया जाए। और कई लोग इसमें ड्रिंकिंग शराब पीना शुरू कर देते हैं, पर ये जो शराब पीते हैं जो ये सिर्फ टेम्पररी है, टेम्पररी तो आपको बता देगा पर उसका इफेक्ट भी शुरू हो जाएगा। इसके लिए सबसे अच्छा है कि उसको उस शख्स के साथ फेस टू फेस बात की जाए या घर में अपने फैमिली फ्रेंड्स को बुलाया जाए और आप उस कमरे में बिल्कुल ना हो जहां उसके साथ उसके फ्रेंड्स जो आपके रिश्तेदार बात कर रहे हैं उसको उस तरफ से निकालें। पर ये जो फ्रेंड्स लाए वो अच्छे ही हों और उसको ब्रेक दें, उसको सैटरडे बाहर लेके चल जाएं या रिश्तेदार के घर में लेके जाएं और उसके साथ जो रिलेशन बनाना चाहिए। और उसके साथ को ये भी बताना चाहिए कि तुम ही नहीं अकेले इस प्रॉब्लम में, तुम्हारी ऐसी इससे बड़ी बड़ी प्रॉब्लम लोगों के पास है, हमें इससे निकलना है, हमें इससे उसको इस तरह से अच्छी काउंसलिंग देकर उसको उसमें से निकालना है। और इसके साथ उसको सबसे पहले डॉक्टर के पास जो लेके जाइए क्योंकि डॉक्टर एक्सपीरियंस है, उसको ऐसे हर रोज इससे बेहतर वर्ष और या इससे कम या इससे ज्यादा तरह जो मेंटल प्रॉब्लम है जिनको उनसे वो मिल चुका है, उसको पता हाउ टू डील दिस पीपल, उनको कैसे ठीक किया जाए करना, उनको क्या क्या उनके साथ वो करने चाहिए जिससे कि वो ठीक हो जाए। उनको दवाइयाँ देते हैं, उनसे काउंसलिंग करते हैं, उन्हें लेके जाते हैं बाहर घुमाने लेके जाते हैं और जिससे कि उसे थोड़ा ब्रेक देते हैं और जिससे कि वो इन चीजों से निकले। पर कई बार पेशेंट अपने आप को हार्म करने लग जाते हैं, चाकू से मारना, स्किन को काटना या कुछ ना कुछ इस तरह करते हैं। तो इन सब चीजों से तुम्हें ये पता लगेगा कि इसको कोई ना कोई प्रॉब्लम है पर ये कोई बीमारी नहीं है, इसको इसके से निकाला जा सकता है। बीमारी कैंसर हो सकती है, हार्ट अटैक हो सकती है, ब्लड प्रेशर हो सकता है, पर इस चीज से इसको शख्स को निकाला जा सकता है। इसी तरह
ऑटिस्टिक बच्चे हैं, जब वो स्कूल में आते हैं तो हमारे वहाँ तो लोग कहेंगे पागल है, ये बच्चा पागल है, इसको घर में बिठाए रखो, इसको कुछ नहीं आएगा। पर यहाँ पर स्पेशल स्कूल बनाए इन्होंने हर चीज के। अगर वो ऑटिस्टिक है, डिमेंशिया, उसको डिसलेक्सिया है या बिहेवियर प्रॉब्लम है, स्लो लर्नर है, यहाँ स्कूल बनाए गए हैं। यहाँ स्कूल के टीचर सारे प्रोफेशनल हैं और उन बच्चों को उन्हीं के तरीके से पढ़ाते हैं, लिखाते हैं। और मैंने देखा है कई बच्चों को जो कि बोलते भी नहीं थे और आई कांटेक्ट भी नहीं करते थे, वो लोग बोलने लगे। और मैं ऐसे बच्चों को भी जानती हूँ जो कि 11+ का एग्जाम पास करके इसमें जो अपना जो ग्रामर स्कूल में उसको जगह मिली। सो आई एम प्राउड ऑफ दैट दीज पीपल, दीज स्कूल के टीचर्स को जो अपना पूरा उनके ऊपर लगा देते हैं। और हमारे लोग हमारे लोग क्या करते हैं, कई बार ऐसे बच्चों को लेके ही नहीं जाते पार्टीज में कि लोग क्या कहेंगे। लोग हमारे लोग पागल है, या वो कहेंगे इस औरत ने, इसको अकल नहीं दी बच्चों को, अरे बच्चा क्या करे, इसको रोके। वो ये नहीं समझते इस बच्चे के पीछे कोई प्रॉब्लम है, वो क्यों कर रहा है, कौन सी माँ कहेगी मेरा बच्चा ऐसा बिहेव करे। तो वो बच्चे, उस तरह के बच्चे बाहर आने से और सोशल लोगों से मिलने से रोक देते हैं माँ बाप कि लोग क्या कहेंगे। लोग कुछ नहीं कहेंगे, तो वो करो जो आपके बच्चे के लिए और आपके परिवार के लिए अच्छा है। अभी ये मत सोचो कि अगर हमारा आदमी बीमार हो गया तो घर में छोड़ के मैं जॉब पे जाऊं, मैं पैसा कमाऊं, इस पे पीछे नहीं जाना चाहिए। तुम्हारी फर्स्ट प्रायोरिटी है तुम्हारा फैमिली का मेंबर, तुम्हारे बच्चे, तुम्हारी वाइफ और तुम्हारा पति, ये सब है। और इनके लिए यहाँ पर अगर आपके पैसा, गवर्नमेंट इतना पैसा देती है, सोशल सिक्योरिटी देती है, बच्चा बेनिफिट देती है, इनकम सपोर्ट देती है, तो यहाँ पर कोई भी भूखा नहीं मारता। अब मैं तो ये कहूंगी, एक भगवान हमारे ऊपर है अगर मानते हो, दूसरा भगवान इस कंट्री की जो गवर्नमेंट है वो है। थैंक यू अर्चना जी, थैंक यू। ओके जी, ओके, टाइम देने के लिए बहुत बहुत धन्यवाद। बहुत मेहरबानी। ये तो सी अर्चना जी, साढ़े कोल हुण टाइम जिहड़ा हैगा बिल्कुल नहीं है, कुछ सैकंड ही रह गए हैं। मैं तुहाडे नाल अगले हफ्ते फिर कोई होर नवा विषय लैके, बहुत ही गंभीर विषय जिहड़े हैगे मैं लैके आ रहा है। अगले हफ्ते भी तुहाडे नाल इहो जिहा विषय लैके आऊँगा, तो मैनूं तुहाडे टैलीफोन कॉल्स की जिहड़ी हैगी वो आस रहूगी। तो मैं समझ भी यानी कि वध तो वध मैं इहो जिहा प्रोग्राम लैके आउणा चाहुंदा जिहदे नाल कि एजुकेशन प्रोग्राम होण जिहड़े कि लोकां नूं फायदा इनके वध तो वध हो सके, ताकि वो रैशनैलिटी नाल सोच सकन, लॉजिकली सोच सकन, तो विज्ञानक लीहां ते जिहड़ा हैगा अपनी सोच नूं लैके जा सकन, ताकि एक अपना सुखमय जीवन बतीत कर सकन, तो अपने शोषण नूं जिहड़ा हैगा उहदे तों जिहड़ा दूर रह सकन। तुहाडे सारिਆਂ ਦਾ एक बार फिर बहुत ज़्यादा धन्नवाद। तो मैं मेरे उन्होंने स्रोतियों का भी बहुत, उन्होंने दर्शकों का बहुत ज़्यादा मैं धन्नवादी हाँ जिहड़े कि टैलीफोन कॉल्स नहीं कर सकते या किसी कारण करके जिहड़ियां लिखतां हैगियां मेरियां उन्हां तक नहीं पहुँचदियां। तो इसे करके मैं इन्हां लिखतां नूं लोकां तक पहुँचाउणा चाहुंदा जो कुछ मैं अपनियां किताबां दे विच जिहड़ा हैगा लिखिया हैगा, ताकि तुसीं वध तो वध उहदा जिहड़ा हैगा फायदा उठा सको। अगले हफ्ते मैं फिर मिलदा, मैनूं दिओ इजाज़त। थैंक यू।